ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ, ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫਿਰ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦ ਵੀ ਮੈਂ ਡਾਕਟਰ ਅਮਰ ਸਿੰਘ ਆਜ਼ਾਦ ਦੇ ਨਾਲ ਕੋਈ ਵੀ ਇੰਟਰਵਿਊ ਕੀਤੀ ਹੈ, ਕੋਈ ਵੀ ਵਿਚਾਰ ਚਰਚਾ ਕੀਤੀ ਹੈ, ਤੇ ਤੁਸੀਂ ਉਹਦੇ ਵਿੱਚੋਂ ਬਹੁਤ ਸਾਰਾ ਗਿਆਨ ਹਾਸਲ ਕੀਤਾ ਹੈ। ਤੇ ਇਹੋ ਗੱਲ ਮੈਨੂੰ ਮਜਬੂਰ ਕਰਦੀ ਹੈ ਕਿ ਮੈਂ ਵਾਰ-ਵਾਰ ਡਾਕਟਰ ਅਮਰ ਸਿੰਘ ਆਜ਼ਾਦ ਕੋਲ ਆਉਣਾ ਤੇ ਤੁਹਾਡੇ ਲਈ ਜਿਹੜਾ ਉਹ ਕੁਛ ਨਾ ਕੁਛ ਗਿਆਨ ਦੀਆਂ ਗੱਲਾਂ ਤੁਹਾਡੇ ਰੂਬਰੂ ਕਰ ਦਿੰਦੇ ਹਾਂ। ਅੱਜ ਦਾ ਜਿਹੜਾ ਵਿਸ਼ਾ ਹੈ, ਜਿਸ ਵਿਸ਼ੇ ਦੇ ਉੱਤੇ ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਉਹ ਇੱਕ ਅਜਿਹਾ ਵਿਸ਼ਾ ਹੈ, ਉਹ ਹੁੰਦਾ ਤਾਂ ਥੋੜ੍ਹਾ ਜਿਹਾ ਉਮਰ ਤੋਂ ਬਾਅਦ ਹੀ ਹੁੰਦਾ, ਪਰ ਹੁੰਦਾ ਅਜਿਹੀ ਗੰਦੀ ਬਿਮਾਰੀ ਹੈ ਕਿ ਜਿਹੜਾ ਬੰਦਾ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ। ਵਿਸ਼ਾ ਕੀ ਹੈ, ਆਪਾਂ ਅੱਗੇ ਚਰਚਾ ਕਰਦੇ ਹਾਂ। ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲਈਏ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁੱਤਿਆਂ ਨੂੰ। ਡਾਕਟਰ ਸਾਹਿਬ, ਪ੍ਰੋਸਟੇਟ ਯਾਨੀ ਕਿ ਗਦੂਦਾਂ, ਬੜਾ ਸਮਾਂ ਪਹਿਲਾਂ ਸੁਣਿਆ ਕਰਦੇ ਹੁੰਦੇ ਸੀ ਵੀ ਗਦੂਦਾਂ ਵੀ ਹੁੰਦੀਆਂ ਨੇ। ਉਸ ਟਾਈਮ ਇੱਕ ਹਕੀਮਾਂ ਤੋਂ ਸੁਣਿਆ ਕਰਦੇ ਹੁੰਦੇ ਸੀਗੇ ਕਿ ਗਦੂਦਾਂ ਨੇ। ਬਾਅਦ ਵਿੱਚ ਅੰਗਰੇਜ਼ੀ ਨਾਮ ਵੀ ਨਿਕਲਿਆ ਵੀ ਪ੍ਰੋਸਟੇਟ। ਹੁੰਦਾ ਤਾਂ ਪਹਿਲਾਂ ਵੀ ਹੋਣਾ, ਪਰ ਪ੍ਰਚਲਿਤ ਹੁਣ ਹੋ ਗਿਆ ਜ਼ਿਆਦਾ। ਇਹ ਬਿਮਾਰੀ ਅੱਜ ਕੱਲ੍ਹ ਕੁਝ ਜ਼ਿਆਦਾ ਨਹੀਂ ਵੱਧ ਗਈ, ਪਹਿਲਾਂ ਥੋੜ੍ਹੀ ਜਿਹੀ ਘੱਟ ਹੋਇਆ ਕਰਦੀ ਸੀ। ਕੁਲਵੰਤ ਜੀ, ਇੱਦਾਂ ਪਹਿਲੀ ਗੱਲ ਤਾਂ ਆਪਾਂ ਸਮਝ ਲਈਏ ਕਿ ਜਿਹੜੀ ਗਦੂਦਾਂ ਨੇ ਹੈ ਕੀ ਨੇ, ਪ੍ਰੋਸਟੇਟ ਗਲੈਂਡ ਕੀ ਹੈ। ਪ੍ਰੋਸਟੇਟ ਗਲੈਂਡ ਦਾ ਜਿਹੜਾ ਰੋਲ ਹੈ ਉਹ ਮੇਲ ਸੈਕਸ ਨਾਲ ਜੁੜਿਆ ਹੋਇਆ। ਜਦੋਂ ਯੂਰੀਨਰੀ ਬਲੈਡਰ ਯਾਨੀ ਕਿ ਪਖਾਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਥੱਲੇ ਜਦੋਂ ਮੂਤਰ ਨਲੀ ਨਿਕਲਦੀ ਹੈ ਤਾਂ ਜਸਟ ਬਲੈਡਰ ਤੋਂ ਥੱਲੇ ਇੱਕ ਰਾਊਂਡ ਉਹਨੂੰ ਘੇਰਦਾ ਹੋਇਆ ਇੱਕ ਗਲੈਂਡ ਹੈ, ਗ੍ਰੰਥੀ ਹੈ, ਜਿਹੜੀ ਕਿ ਸੈਕਸ ਦੇ ਵਿੱਚ ਕੰਟਰੀਬਿਊਟ ਕਰਦੀ ਹੈ, ਸੈਕਸ ਦੇ ਹਾਰਮੋਨਸ ਨੂੰ ਸਪਲੀਮੈਂਟ ਕਰਦੀ ਹੈ, ਉਹਨੂੰ ਸੀਮਨ ਨੂੰ ਬਚਾਉਣ ਵਾਲੀਆਂ ਸਕ੍ਰੀਸ਼ਨਸ ਲਿਆਉਂਦੀ ਹੈ, ਔਰ ਸਪਰਮਸ ਦੀ ਹੈਲਥ ਵਾਸਤੇ ਬੇਹੱਦ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਪ੍ਰੋਸਟੇਟ ਦੀਆਂ ਸਕ੍ਰੀਸ਼ਨਸ। ਸੋ ਮੇਲ ਸੈਕਸ ਹੈਲਥ ਜਿਹੜੀ ਹੈ ਉਹ ਪ੍ਰੋਸਟੇਟ ਨਾਲ ਜੁੜੀ ਹੋਈ ਹੈ। ਸੋ ਬਹੁਤ ਹੀ ਇੰਪੋਰਟੈਂਟ ਆਰਗਨ ਹੈ ਟੈਸਟਿਸ ਤੋਂ ਬਾਅਦ। ਮਤਲਬ ਮੇਨ ਸਾਡੇ ਟੈਸਟਿਸ ਨੇ ਜਿੱਥੇ ਸਪਰਮਸ ਬਣਦੇ ਆ, ਅਤੇ ਉਹਨਾਂ ਸਪਰਮਸ ਨੂੰ ਸੰਭਾਲਣ ਵਾਸਤੇ ਕੁਛ ਸਕ੍ਰੀਸ਼ਨਸ ਆਉਂਦੀਆਂ ਜਿਹੜੀਆਂ ਉਹਦੇ ਸਾਰੇ ਪੈਸੇਜਸ ਨੂੰ ਠੀਕ ਰੱਖਣ ਵਾਸਤੇ, ਪੈਸੇਜ ਦਾ ਜਿਹੜਾ pH ਹੈ ਉਹਦੀ ਐਸਿਡਿਟੀ ਨੂੰ ਠੀਕ ਕਰਨ ਲਈ। ਤਾਂ ਬਹੁਤ ਸਾਰੇ ਮਲਟੀਪਲ ਰੋਲ ਨੇ ਪ੍ਰੋਸਟੇਟ ਗਲੈਂਡ ਦੇ। ਟੈਂਪਰੇਚਰ ਵੀ ਇਹੀ ਸੈੱਟ ਕਰਦੇ ਕੋਈ ਠੰਡਾ? ਟੈਂਪਰੇਚਰ ਵੀ ਸ਼ਾਇਦ ਥੋੜ੍ਹਾ ਬਹੁਤਾ ਚਲੋ ਕਰਦੇ ਹੋਣਗੇ, ਕਿਉਂਕਿ ਉਹ 'ਚ ਕਾਫੀ ਸਕ੍ਰੀਸ਼ਨਸ ਆਉਂਦੀਆਂ ਨੇ। ਲੇਕਿਨ ਮੇਨ ਗੱਲ ਹੈ ਕਿ ਉਹ ਸਕ੍ਰੀਸ਼ਨ ਜਿਹੜੀਆਂ ਨੇ, ਜਿਹੜੀ ਸਪਰਮਸ ਦੀ ਹੈਲਥ ਵਾਸਤੇ, ਸਪਰਮ ਨੂੰ ਐਕਟਿਵ ਕਰਨ ਲਈ, ਸਪਰਮ ਨੂੰ ਚੁਸਤ ਕਰਨ ਲਈ, ਅਤੇ ਉਹ ਜਿਹੜਾ ਸਾਰਾ ਪ੍ਰੋਸੈਸ ਸੈਕਸ ਦਾ ਉਹਦੇ ਅੰਦਰ ਹੈਲਪ ਕਰਨ ਲਈ, ਇਹ ਸਾਰੀਆਂ ਜਿਹੜੀਆਂ ਸਕ੍ਰੀਸ਼ਨਸ ਨੇ ਉਹਦੀਆਂ ਉਹ ਕਿਸੇ ਨਾ ਕਿਤੇ ਉਹਦਾ ਕੰਟਰੀਬਿਊਟ ਕਰਦੀਆਂ ਨੇ। ਅਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਮੇਲ ਦੀ, ਤਾਂ ਉਹ ਕਿਉਂਕਿ ਟੈਸਟਿਸ ਜਿਹੜੀਆਂ ਨੇ ਉਹਦੇ ਅੰਦਰ ਸਕ੍ਰੀਸ਼ਨਸ ਦਾ, ਉਹ ਟੈਸਟੋਸਟੀਰੋਨ ਜਿਹੜਾ ਹਾਰਮੋਨ ਹੈ, ਮੇਲ ਹਾਰਮੋਨ ਜਿਹਨੂੰ ਆਪਾਂ ਕਹਿੰਦੇ ਹਾਂ, ਟੈਸਟੋਸਟੀਰੋਨ ਹੈ, ਜਿਹਦੇ ਸਿਰ 'ਤੇ ਮੇਲਨੈਸ ਹੁੰਦੀ ਹੈ, ਮਰਦਪੁਣਾ, ਜਿਹਨੂੰ ਕਹਿੰਦੇ ਆ ਮਰਦਾਨਗੀ ਹੁੰਦੀ ਹੈ, ਉਹ ਟੈਸਟੋਸਟੀਰੋਨ ਨਾਂ ਦਾ ਹਾਰਮੋਨ ਹੁੰਦਾ। ਅਤੇ ਜਦੋਂ ਟੈਸਟੋਸਟੀਰੋਨ ਘਟਣ ਲੱਗਦਾ ਹੈ ਤਾਂ ਉਹ ਬਾਡੀ ਵੀਕ ਨਾ ਪੈ ਜੇ, ਉਹਦੇ ਘਟਦਾ ਹੈ ਤਾਂ ਜਿਹੜਾ ਪ੍ਰੋਸਟੇਟ ਵੱਡਾ ਹੋ ਜਾਂਦਾ ਹੈ, ਅਤੇ ਵੱਡਾ ਹੋ ਕੇ ਉਹਦੀ ਜਿਹੜੀ ਸਿਹਤ ਹੈ ਬੰਦੇ ਦੀ, ਉਸ ਵਿਅਕਤੀ ਦੀ, ਚਾਹੇ ਉਹ ਸੈਕਸ ਦੀ ਸਿਹਤ ਹੈ, ਚਾਹੇ ਉਹਨੂੰ ਕੋਸ਼ਿਸ਼ ਕਰਦਾ ਉਹ ਕਿ ਉਹਨੂੰ ਬਚਾ ਕੇ ਹੋਰ ਲੰਬਾ ਕੀਤਾ ਜਾਵੇ। ਉਸ ਕੋਸ਼ਿਸ਼ ਦੇ ਵਿੱਚ ਕਿਉਂਕਿ ਮੂਤਰ ਨਾਲੀ ਵਿਚਾਲੋਂ ਲੰਘ ਰਹੀ ਹੈ ਉਹਦੇ, ਤਾਂ ਮੂਤਰ ਨਾਲੀ ਜਦੋਂ ਵਿੱਚੋਂ ਲੰਘਦੀ ਹੈ ਤਾਂ ਜੇ ਉਹ ਜ਼ਿਆਦਾ ਵੱਡਾ ਹੋ ਜਾਵੇ ਤਾਂ ਉਹਦੇ 'ਚ ਰੁਕਾਵਟ ਆਉਣ ਲੱਗ ਜਾਂਦੀ ਹੈ ਪਿਸ਼ਾਬ ਕਰਨ 'ਚ। ਬਟ ਦੈਟ ਇਜ਼ ਦ ਓਨਲੀ ਰੀਜ਼ਨ। ਹੁਣ ਅੱਜ ਕੱਲ੍ਹ ਹੋ ਕੀ ਗਿਆ ਕਿ ਅਲਟਰਾਸਾਊਂਡ ਹੋਣ ਲੱਗ ਗਿਆ। ਅਲਟਰਾਸਾਊਂਡ ਦੇ ਅੰਦਰ ਉਹ ਪ੍ਰੋਸਟੇਟ ਦਾ ਵੇਟ ਅਸੈਸ ਕਰ ਲੈਂਦੇ ਆ, ਉਹਨੂੰ ਫਿਰ ਗ੍ਰੇਡਿੰਗ ਕਰ ਦਿੰਦੇ ਆ, ਗ੍ਰੇਡ 1, ਗ੍ਰੇਡ 2, ਗ੍ਰੇਡ 3, ਔਰ ਉਹਦੇ 'ਚ ਜਦੋਂ ਉਹ ਲਿਖ ਦਿੰਦੇ ਆ ਪ੍ਰੋਸਟੇਟ ਦੇ ਵਿੱਚ, ਤਾਂ ਲੋਕ ਉਹਨੂੰ ਬਿਮਾਰੀ ਸਮਝ ਲੈਂਦੇ ਆ। ਪਹਿਲੀ ਗੱਲ ਤਾਂ ਮੈਂ ਸਰੋਤਿਆਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਪ੍ਰੋਸਟੇਟ ਦੇ ਅਲਟਰਾਸਾਊਂਡ ਦੀ ਰਿਪੋਰਟ ਦੇ ਸਿਰ 'ਤੇ ਕੋਈ ਬਿਮਾਰੀ ਪ੍ਰੋਸਟੇਟ ਦੀ ਡਾਇਗਨੋਜ਼ ਨਹੀਂ ਹੋਣੀ ਚਾਹੀਦੀ। ਬਿਮਾਰੀ ਪ੍ਰੋਸਟੇਟ ਕਦੋਂ ਬਣਦਾ? ਜਦੋਂ ਉਹ ਤੁਹਾਡੇ ਪਿਸ਼ਾਬ ਆਉਣ 'ਚ ਕੋਈ ਰੁਕਾਵਟ ਕਰ ਰਿਹਾ, ਔਰ ਰੁਕਾਵਟ ਵੀ ਸੀਰੀਅਸ ਕਿਸਮ ਦੀ ਕਰ ਰਿਹਾ। ਜਿਹੜੀ ਉਹਦੀ ਜਿਹਨੂੰ ਕਹਿੰਦੇ ਆਪਾਂ ਪਿਸ਼ਾਬ ਦੀ ਧਾਰ ਹੈ, ਜਿਹਨੂੰ ਧਾਰ, ਤਾਂ ਧਾਰ ਕਿੰਨੀ ਦੂਰ ਜਾਂਦੀ ਹੈ ਤੁਹਾਡੀ, ਉਹ ਹੌਲੀ ਹੌਲੀ ਉਹ ਘਟ ਕੇ ਨੇੜੇ ਆਈ ਜਾਂਦੀ ਹੈ। ਪ੍ਰੈਸ਼ਰ, ਹਾਂ ਬਿਲਕੁਲ ਪ੍ਰੈਸ਼ਰ। ਅਤੇ ਉਹ ਮੈਂ ਤਾਂ ਹੱਸਦਾ ਨਾ ਵੀ ਮੈਨੂੰ ਕੋਈ ਟੀਚਰ ਕਰਨ ਲੱਗ ਗਿਆ ਵੀ ਜਿਹੜੀ ਹੈ ਪਿਸ਼ਾਬ ਦੀ ਧਾਰ ਕਿੰਨੀ ਦੂਰ ਪੈਂਦੀ ਹੈ, ਉੱਥੋਂ ਤੁਸੀਂ ਬੰਦੇ ਦੀ ਉਮਰ ਜੱਜ ਕਰ ਸਕਦੇ ਵੀ ਬੰਦਾ ਹੋਰ ਕਿੰਨਾ ਜਿਊਗਾ। ਮਤਲਬ ਮੋਟਾ ਹੈ ਤਾਂ ਮਜ਼ਾਕ ਵਾਲੀ ਗੱਲ ਹੀ ਹੈ, ਪਰ ਬੰਦੇ ਨੂੰ ਦੱਸਿਆ ਜਾ ਸਕਦਾ ਵੀ ਤੇਰੀ ਜਿਹੜੀ ਹੈ ਜੇ ਤੇਰੀ ਜਿਹੜੀ ਜਿੰਨੇ ਤੇਰੀ ਧਾਰ ਦੂਰ ਪੈ ਰਹੀ ਹੈ ਤੇਰੇ ਪੈਰਾਂ ਤੋਂ,
ਤੂੰ ਉਹਨੂੰ 10 ਨਾਲ ਮਲਟੀਪਲਾਈ ਕਰ ਲੈ, ਉਨੇ ਕੁ ਸਾਲ ਜਿਵੇਂਗਾ ਤੂੰ ਹੁਣ। ਕਿਆ ਕਮਾਲ ਦੀ ਅਸੈਸਮੈਂਟ ਹੈ ਜੀ। ਤੇ ਉਹ ਮਤਲਬ ਹੈ ਮੋਟਾ ਜਿਹਾ, ਇਵੇਂ ਤੇ ਕੋਈ ਸਰੋਤੇ ਕੋਈ ਬਹੁਤਾ ਮਤਲਬ ਨਾ ਕੱਢ। ਨਹੀਂ, ਪਰ ਇਹ ਮੈਨੂੰ ਲੱਗਦਾ ਪੱਕਾ ਵੀ ਉਹ ਮਲਟੀਪਲਾਈ ਜ਼ਰੂਰ ਕਰਨਗੇ ਦੇਖ ਕੇ, ਇਹ ਮੈਨੂੰ ਪੱਕਾ ਲੱਗ ਰਿਹਾ। ਤਾਂ ਇਹ ਜਿਹੜੀ ਹੁੰਦੀ ਆ ਉਹ ਧਾਰ ਵੀਕ ਕਿਉਂ ਜਾਂਦੀ ਹੈ? ਕਿਉਂਕਿ ਉਹ ਜਿਹੜਾ ਪ੍ਰੋਸਟੇਟ ਹੈ ਰਾਹ 'ਚ ਡਿੱਕਾ ਬਣਨ ਲੱਗ ਜਾਂਦਾ। ਦੂਜੀ ਗੱਲ, ਜਿਹੜਾ ਪਖਾਨਾ ਹੁੰਦਾ ਉਹ ਵੀ ਵੀਕ ਹੋਣ ਲੱਗ ਜਾਂਦਾ, ਕਿਉਂਕਿ ਹਰ ਚੀਜ਼ ਜਿਵੇਂ ਅੰਗਾਂ 'ਚ ਕੜਾਹਟ ਆ ਜਾਂਦੀ, ਜਿਵੇਂ ਜੋੜਾਂ ਦੀ ਫਲੈਕਸੀਬਿਲਿਟੀ ਘਟਦੀ ਹੈ, ਇੱਦਾਂ ਜਿਹੜਾ ਪਖਾਨਾ ਹੁੰਦਾ, ਯੂਰਿਨਰੀ ਬਲੈਡਰ ਹੁੰਦਾ, ਉਹਦੀ ਵੀ ਫੈਲਣ ਦੀ ਸਮਰੱਥਾ ਘਟ ਜਾਂਦੀ ਹੈ। ਮੰਨ ਲਓ ਇੱਕ ਨੌਜਵਾਨ ਬੱਚਾ ਹੈ, ਉਹ ਕਿੰਨਾ ਪਿਸ਼ਾਬ ਰੋਕ ਸਕਦਾ ਹੈ ਆਪਣੇ ਪਖਾਨੇ 'ਚ? ਜੇ ਆਪਾਂ ਸੋਚੀਏ ਤਾਂ ਮੈਨੂੰ ਲੱਗਦਾ ਲੀਟਰ ਰੋਕ ਲੈਂਦਾ ਹੋਣਾ, ਜਦੋਂ ਬਹੁਤ ਪੂਰਾ ਪਿਸ਼ਾਬ ਆਇਆ ਹੋਵੇ। ਬਲੈਡਰ ਵੀ ਮਜ਼ਬੂਤ ਆ ਉਹਦਾ, ਔਰ ਉਹਦੇ ਪੱਠੇ ਵੀ ਮਜ਼ਬੂਤ ਨੇ ਜਿਹੜੇ ਨੂੰ ਫੜ ਕੇ ਰੱਖਦਾ। ਤੋ ਜੇ ਬੰਦਾ ਪਿਸ਼ਾਬ ਕਰੇ ਤਾਂ ਮੈਨੂੰ ਲੱਗਦਾ ਬੋਤਲ ਤਾਂ ਘੱਟੋ ਘੱਟ ਭਰ ਜਾਂਦੀ ਹੋਣੀ ਹੈ, ਵੱਡੀ ਕਿਲੋ ਪੱਕਾ ਜਾਂ 750 ਮਿਲੀਲੀਟਰ ਹੈ। ਲੇਕਿਨ ਯਾਦ ਆ ਰਿਹਾ ਡਾਕਟਰ ਸਾਹਿਬ, ਮਾਫ ਕਰਨਾ ਤਾਂ ਰੋਕ ਰਿਹਾ ਮੈਂ, ਮੈਨੂੰ ਯਾਦ ਆ ਰਿਹਾ, ਹਾਸੇ ਵਾਲੀ ਗੱਲ ਹੈ। ਇੱਕ ਡਾਕਟਰ ਕੋਲ ਬੰਦਾ ਗਿਆ, ਉਹਨੂੰ ਕਹਿੰਦਾ ਵੀ ਪਿਸ਼ਾਬ ਟੈਸਟ ਕਰਵਾ ਲਿਆਓ, ਵੀ ਕੱਲ ਨੂੰ ਪਿਸ਼ਾਬ ਲਿਆਣਾ, ਸੈਂਪਲ ਲਿਆਈ, ਟੈਸਟ ਕਰਵਾਉਣਾ ਹੈਗਾ। ਉਹ ਦੂਏ ਦਿਨ ਬੋਤਲ ਭਰ ਲਿਆ ਪਿਸ਼ਾਬ ਦੀ, ਕਹਿੰਦਾ ਲਓ ਜੀ। ਉਹ ਮੈਨੂੰ ਮੇਰੇ ਦੇਖਦੇ ਦੀ ਗੱਲ ਮੈਨੂੰ ਯਾਦ ਆ ਗਈ। ਤਾਂ ਉਹ ਜਿਹੜਾ ਯੂਰਿਨਰੀ ਬਲੈਡਰ ਜਿਹੜਾ ਹੁੰਦਾ ਹੈ, ਉਹਦੀ ਕਪੈਸਿਟੀ ਲਗਭਗ ਪੌਣਾ ਲੀਟਰ ਦੀ ਹੁੰਦੀ ਹੈ। ਅਤੇ ਜਿਵੇਂ ਉਮਰ ਵੱਧਦੀ ਉਹ ਕਪੈਸਿਟੀ ਘਟੀ ਜਾਂਦੀ ਹੈ। ਅਤੇ ਜਿਵੇਂ ਮੇਰੇ ਵਾਲੀ ਉਮਰ 'ਤੇ ਆ ਗਏ, ਉਹ ਵੱਧ ਤੋਂ ਵੱਧ 200-300 ਮਿਲੀਲੀਟਰ 'ਤੇ ਆ ਜਾਂਦੀ ਹੈ, ਯਾਨੀ ਕਿ ਤੀਜਾ ਹਿੱਸਾ ਰਹਿ ਜਾਂਦੀ ਹੈ। ਅਤੇ ਹੋਰ ਘਟ ਜੇ ਤਾਂ ਹੋਰ ਵੀ ਫਿਰ ਹਰ ਘੰਟੇ ਬਾਅਦ ਪਿਸ਼ਾਬ ਕਰਨ ਜਾਣਾ ਪਊਗਾ। ਹੁਣ ਜੇ ਮੈਂ ਜਿਸ ਉਮਰ 'ਚ ਆ ਗਿਆ, ਇੱਥੇ ਵੀ ਰਾਤ ਨੂੰ ਘੱਟੋ ਘੱਟ 2-3 ਵਾਰੀ ਉੱਠਣਾ ਪੈਂਦਾ, ਅਤੇ ਦਿਨ 'ਚ ਤਾਂ ਘੰਟੇ, 1.5 ਘੰਟੇ ਬਾਅਦ, 2 ਘੰਟੇ ਬਾਅਦ ਜਾਣਾ ਹੀ ਪੈਂਦਾ। ਤਾਂ ਉਹ ਕਿਉਂ ਜਾਣਾ ਪੈਂਦਾ? ਕਿਉਂਕਿ ਇੱਕ ਤਾਂ ਉਹਦੀ ਯੂਰਿਨਰੀ ਬਲੈਡਰ ਦੀ ਕਪੈਸਿਟੀ ਘਟ ਗਈ, ਅਤੇ ਇੱਕ ਜਿਹੜਾ ਪ੍ਰੋਸਟੇਟ ਹੈ ਉਹ ਨਿਕਲ ਨਹੀਂ ਦਿੰਦਾ ਪਿਸ਼ਾਬ ਨੂੰ, ਤਾਂ ਰੋਕ ਲੈਂਦਾ, ਕੁਝ ਪਿਸ਼ਾਬ ਵਿੱਚੇ ਭੱਜ ਜਾਂਦਾ। ਰੋਕਾਂਗਾ ਮਤਲਬ ਇਹ ਜਿਹੜੇ ਬੰਦੇ ਰਾਤ ਨੂੰ ਵਾਰ-ਵਾਰ ਪਿਸ਼ਾਬ ਕਰਨ ਲਈ ਉੱਠ ਰਹੇ ਨੇ, ਜਿਹੜੇ ਕੁਝ ਏਜਡ ਬੰਦੇ ਨੇ, ਉਹਨਾਂ ਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਵੀ ਮੈਨੂੰ ਸ਼ੂਗਰ ਹੋ ਗਈ। ਉਹਦਾ ਇੱਕ ਕਾਰਨ ਇਹ ਵੀ ਹੈ, ਉਹਦਾ ਹੈ ਨਾ। ਬਿਲਕੁਲ ਇਕੱਲਾ ਪਿਸ਼ਾਬ ਜ਼ਿਆਦਾ ਹੋਣਾ ਸ਼ੂਗਰ ਦੀ ਨਿਸ਼ਾਨੀ ਨਹੀਂ ਹੋ ਸਕਦੀ। ਜਿਹੜਾ ਉਹਦੀਆਂ ਹੋਰ ਲਾਮਤਾਂ ਵੀ ਨਾਲ ਹੋਣੀ ਚਾਹੀਦੀਆਂ, ਅਤੇ ਸ਼ੂਗਰ ਦੀ ਨਾਲ ਅੱਜ ਕੱਲ੍ਹ ਸ਼ੂਗਰ ਪਿਸ਼ਾਬ ਜ਼ਿਆਦਾ ਹੋਣ 'ਤੇ ਕੌਣ ਡਾਇਗਨੋਸ ਕਰਦਾ? ਅਤੇ ਸ਼ੂਗਰ ਟੈਸਟ ਆ ਗਏ ਨਾ ਹੁਣ ਤਾਂ। ਨਹੀਂ, ਪਰ ਦਿਮਾਗ 'ਤੇ ਬੋਝ ਤਾਂ ਪੈ ਜਾਂਦਾ, ਪ੍ਰਚਲਿਤ ਕਹਾਵਤ ਹੈ, ਪਿਸ਼ਾਬ ਜ਼ਿਆਦਾ ਆ ਰਿਹਾ ਇਹਨੂੰ ਸ਼ੂਗਰ ਨਾ ਹੋ। ਹਾਂ, ਨਹੀਂ, ਸੀਨੀਅਰ ਵਾਸਤੇ ਇਹ ਗੱਲ ਲਾਗੂ ਨਹੀਂ ਹੁੰਦੀ। ਸੀਨੀਅਰ ਜਿਹੜਾ ਜ਼ਿਆਦਾ ਕਾਮਨ ਕਾਜ਼ ਹੈ ਉਹ ਹੈਗਾ ਪ੍ਰੋਸਟੇਟ ਦਾ ਹੋਣਾ, ਪ੍ਰੋਸਟੇਟ ਦਾ ਵੱਡਾ ਹੋਣਾ। ਤਾਂ ਪ੍ਰੋਸਟੇਟ ਰੁਕਾਵਟ ਕਰਨ ਕਰਕੇ ਕੁਛ ਪਿਸ਼ਾਬ ਪਖਾਨੇ 'ਚ ਵੱਜ ਜਾਂਦਾ, ਹਾਂ, ਪੀੜਾ ਹੋ ਗਿਆ। ਅਤੇ ਉਹ ਜਦੋਂ ਉਹ ਹੁਣ ਮੰਨ ਲਓ 10-15-20 ਮਿਲੀਲੀਟਰ, 50 ਮਿਲੀਲੀਟਰ ਉਹਦੇ 'ਚ ਰਹਿ ਗਿਆ, ਉਹ ਫਿਰ ਜਦੋਂ ਦੂਜੀ ਵਾਰ ਉਹਦੇ 'ਚ ਫਿਰ ਜਲਦੀ ਤੁਹਾਨੂੰ ਹਾਜਤ ਹੋਏਗੀ, ਤੁਹਾਨੂੰ ਲੱਗੇਗਾ ਵੀ ਫਿਰ ਪਿਸ਼ਾਬ ਆ ਗਿਆ। ਅਤੇ ਦੂਜੀ ਗੱਲ ਹੁੰਦੀ ਹੈ ਕਿ ਉਹਦੀ ਕਪੈਸਿਟੀ, ਜਿਹੜਾ ਉਹਦੀ ਇਲਾਸਟੀਸਿਟੀ ਹੈ, ਲਚਕ ਹੈ ਉਹਦੀ ਯੂਰਿਨਰੀ ਬਲੈਡਰ ਦੀ ਘਟ ਜਾਂਦੀ ਹੈ, ਜਿਹਨਾਂ ਤੁਹਾਡੀ ਹੋਲਡ ਕਰਨ ਦੀ ਕਪੈਸਿਟੀ ਘਟ ਜਾਂਦੀ ਹੈ। ਸਪਿੰਚਰਸ ਵੀ ਕਹਿੰਦੇ ਸਪਿੰਚਰ ਲੂਜ਼ ਹੋ ਗਏ। ਨਹੀਂ, ਸਫਿੰਕਟਰ ਤਾਂ ਥੱਲੇ ਹੁੰਦੇ ਆ। ਸਫਿੰਕਟਰ ਦਾ ਜਿਹੜਾ ਥੱਲੇ ਹੋਇਆ ਨਾ, ਜਿਹੜਾ ਪਿਸ਼ਾਬ ਨੂੰ ਰੋਕ ਕੇ ਰੱਖਦਾ, ਜਦ ਤੱਕ ਆਪਾਂ ਪਿਸ਼ਾਬ ਕਰਨ ਨਹੀਂ ਜਾਂਦੇ ਉਹਨੇ ਰੋਕਿਆ ਹੁੰਦਾ, ਉਹਨੂੰ ਸਫਿੰਕਟਰ ਕਹਿੰਦੇ ਆ। ਨਹੀਂ, ਉਹ ਲੂਜ਼ ਹੋ ਜਾਏ ਫਿਰ ਤਾਂ ਵਿੱਚੇ ਨਿਕਲਣ ਲੱਗ ਜਾਏਗਾ ਨਾ। ਜੇ ਉਹ ਲੂਜ਼ ਹੋ ਜਾਏ ਫਿਰ ਤਾਂ ਵਿੱਚੇ ਨਿਕਲਣ ਲੱਗ ਜਾਏਗਾ। ਲੇਕਿਨ ਉਹ ਜਿਹੜਾ ਯੂਰਿਨਰੀ ਬਲੈਡਰ ਉਹਦੇ ਉੱਪਰ ਪਖਾਨਾ, ਜਿਹੜੀ ਥੈਲੀ ਹੈ ਜਿਹੜੀ ਯੂਰਿਨ ਨੂੰ ਹੋਲਡ ਕਰਦੀ ਹੈ, ਉਹਦੀ ਕਪੈਸਿਟੀ ਜਿਹੜੀ ਹੁੰਦੀ ਹੈ ਹੌਲੀ ਹੌਲੀ ਘਟ ਜਾਂਦੀ। ਜਿੱਦਾਂ ਤਾਂ ਬਾਕੀ ਜੋੜ ਤੁਹਾਡੇ ਸਟਿਫ ਹੋ ਗਏ, ਉਹਦੇ ਨਾਲ ਯੂਰਿਨਰੀ ਬਲੈਡਰ ਦੀ ਵੀ ਸਟਿਫਨੈਸ ਹੋ ਗਈ, ਸਮਝੋ। ਉਹ ਵੀ ਉਹਦੇ ਵਿੱਚ ਅੰਦਰ ਵੀ ਫੈਲਣ ਦੀ ਸਮਰੱਥਾ ਘਟ ਗਈ। ਤਾਂ ਇਹ ਸਾਰਾ ਕੁਝ ਰਲਾ ਕੇ ਇਹ ਸਾਰੇ ਸਿੰਪਟਮ ਨੂੰ ਰਲ ਕੇ ਲੋਕ ਪ੍ਰੋਸਟੇਟ ਨਾਲ ਜੋੜ ਲੈਂਦੇ ਆ ਵੀ ਪ੍ਰੋਸਟੇਟ ਦਾ ਗਲੈਂਡ ਵੱਧ ਗਿਆ। ਅਤੇ ਹੁਣ ਫਿਰ ਅੱਗੇ ਹੁਣ ਤਾਂ ਹੌਲੀ ਹੌਲੀ ਲੋਕ ਸਿਆਣੇ ਹੋ ਗਏ। ਪਹਿਲਾਂ ਜਣੇ ਖਣੇ ਨੂੰ ਡਾਕਟਰ ਕਹਿੰਦੇ ਚਲੋ ਜੀ ਪ੍ਰੋਸਟੇਟ ਆ ਗਿਆ ਤਾਂ ਆਪਰੇਸ਼ਨ ਕਰਾਓ। ਤੇ ਚੀਜ਼ ਦੱਸੋ ਮੈਨੂੰ, ਮਾਫ ਕਰਨਾ ਰੋਕ ਰਿਹਾ ਤੁਹਾਨੂੰ, ਬੰਦੇ ਨੂੰ ਕਦੂਦਾਂ ਹੋ ਗਈਆਂ, ਮਤਲਬ ਕੀ ਹੋਇਆ ਉਹਨੂੰ? ਕੋਈ ਮਤਲਬ ਪਿਸ਼ਾਬ ਆਉਣਾ ਤਾਂ ਠੀਕ ਹੈ, ਪਿਸ਼ਾਬ ਆਉਣਾ ਉਹਨੂੰ ਪ੍ਰੋਬਲਮ ਹੋ ਗਈ, ਪਿਸ਼ਾਬ ਬੰਦਾ ਰਾਤ ਨੂੰ 2-3 ਵਾਰ ਵੀ ਉੱਠ ਜਾਏਗਾ, ਪਰ ਫਿਰ ਕੀ ਹੋਇਆ? ਹੋਰ ਕੀ ਹੋਇਆ ਉਹਨੂੰ? ਕੀ ਦਰਦ ਹੋਣ ਲੱਗ ਜਾਂਦਾ ਉਹਨੂੰ ਕੋਈ ਬੇਚੈਨੀ ਹੋਣ ਲੱਗ ਜਾਂਦੀ ਹੈ, ਘਬਰਾਹਟ ਹੋਣ ਲੱਗ ਜਾਂਦੀ ਹੈ, ਸੈਕਸ਼ੂਅਲ ਵੀਕਨੈਸ ਆ ਜਾਂਦੀ, ਕੀ ਹੁੰਦਾ? ਮਤਲਬ ਇਹ ਵੀ ਤਾਂ ਦਰਸ਼ਕਾਂ ਨੂੰ ਪਤਾ। ਹਾਂ, ਨਹੀਂ, ਕਿਉਂਕਿ ਜਿਹੜੀ ਸੈਕਸ਼ੂਅਲ ਵੀਕਨੈਸ ਦੀ ਗੱਲ, ਜਿਹੜੀ ਨਾ, ਸੈਕਸ਼ੂਅਲ ਵੀਕਨੈਸ ਔਰ ਪ੍ਰੋਸਟੇਟ ਦੀ ਇਲਾਜਮੈਂਟ ਇਕੱਠੇ ਹੀ ਆਉਂਦੇ ਆ, ਕਿਉਂਕਿ ਦੋਨੋਂ ਸੈਕਸ ਦੇ ਆਰਗਨ ਨੇ, ਟੈਸਟਿਸ ਵੀ ਅਤੇ ਪ੍ਰੋਸਟੇਟ ਵੀ, ਅਤੇ ਉਮਰ ਦੇ ਨਾਲ ਉਹਨਾਂ ਦੀ ਫੰਕਸ਼ਨਿੰਗ ਘਟ ਜਾਂਦੀ ਹੈ। ਸੋ 40 ਤੋਂ ਬਾਅਦ ਉਹ ਡਿਕਲਾਈਨ ਸ਼ੁਰੂ ਹੋ ਜਾਂਦਾ। ਮਤਲਬ ਜਿਹੜਾ ਪੂਰੀ ਜਿਹਨੂੰ ਕਹਿੰਦੇ ਜਵਾਨੀ ਹੈ, ਜਵਾਨੀ ਜਿਹੜੀ ਭਰ ਜਵਾਨੀ ਹੁੰਦੀ ਹੈ, ਉਹ ਹੋ ਗਈ ਤੁਹਾਡੀ ਲੈ ਕੇ 18 ਸਾਲ ਤੋਂ ਲੈ ਕੇ ਅਤੇ 40 ਸਾਲ ਤੱਕ। 40 ਸਾਲ ਤੋਂ ਬਾਅਦ ਫਿਰ ਉਹ ਜਵਾਨੀ ਵਾਲਾ ਜਿਹੜਾ ਡਿਕਲਾਈਨ ਹੈ ਸੈਕਸ 'ਚ ਆਉਣਾ ਸ਼ੁਰੂ ਹੋ ਜਾਂਦਾ, ਕਿ ਸੈਕਸੁਅਲ ਜਿਹੜੀ ਵੀਕਨੈਸ ਹੈ ਹੌਲੀ ਹੌਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਅੱਜ ਕੱਲ੍ਹ ਥੋੜ੍ਹਾ ਜਿਹਾ ਵਰਤਾਰਾ ਬਹੁਤ ਜ਼ਿਆਦਾ ਹੋ ਰਿਹਾ, ਲੇਕਿਨ ਜਾ ਕੇ ਮਤਲਬ 70 ਤੇ ਪਹੁੰਚਦੇ 65 ਤੇ ਪਹੁੰਚਦੇ 60 ਤੇ ਪਹੁੰਚਦੇ ਕਾਫੀ ਵੀਕਨੈਸ ਆ ਜਾਂਦੀ ਹੈ। ਚਲੋ ਉਹ ਇੱਕ ਵੱਖਰਾ ਇਸ਼ੂ ਹੈ, ਲੇਕਿਨ ਉਹਦੇ 'ਚ ਨਾਲ ਹੀ ਨਾਲ ਇਹ ਪ੍ਰੋਸਟੇਟ ਵੀ ਨਾਲ ਜੁੜਿਆ ਹੋਇਆ।
ਪ੍ਰੋਸਟੇਟ ਵੀ ਨਾਲ ਜੁੜਿਆ ਕਿ ਪ੍ਰੋਸਟੇਟ ਵੀ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਅਤੇ ਪ੍ਰੋਸਟੇਟ ਵੱਡਾ ਹੋਣ ਦੇ ਨਾਲ ਜਿਹੜੀਆਂ ਅਲਾਮਤਾਂ ਆਉਂਦੀਆਂ ਨੇ ਕਿ ਬਾਰ-ਬਾਰ ਪਿਸ਼ਾਬ ਆਉਣਾ, ਪਿਸ਼ਾਬ ਜਦੋਂ ਆਉਂਦਾ ਤਾਂ ਉਹਦੀ ਧਾਰ ਜਿਹੜੀ ਹੈ ਸਟੀਮ ਜਿਹਨੂੰ ਕਹਿੰਦੇ ਆ ਉਹ ਪ੍ਰੋਪਰ ਨਾ ਬਣਨੀ, ਰੁਕ ਕੇ ਆਉਣਾ, ਅਲਟੀਮੇਟਲੀ ਡਰਾਪ ਆਉਣਾ, ਜਾਂ ਜਦੋਂ ਜਾ ਕੇ ਪਿਸ਼ਾਬ ਬੰਦਾ ਕਰਦਾ ਤਾਂ ਸ਼ੁਰੂ ਹੋਣ ਲੱਗਿਆ ਦੇਰ ਲੱਗਦੀ ਹੈ, ਹਾਂ ਦੇਰ ਲੱਗਦੀ ਹੈ, ਅਤੇ ਫਿਰ ਮਤਲਬ ਪਿਸ਼ਾਬ ਕਰ ਟਾਈਮ ਬਹੁਤ ਜ਼ਿਆਦਾ ਲੱਗਣਾ, ਜਿਹੜਾ ਪੇਨ ਬਿਲਕੁਲ ਪੇਨਫੁਲ ਵੀ ਹੋ ਜਾਂਦਾ ਕਿਉਂਕਿ ਉਹਦੀ ਕਪੈਸਿਟੀ ਘੱਟ ਗਈ ਨਾ, ਬਲੈਡਰ ਦੀ ਕਪੈਸਿਟੀ ਘੱਟ ਗਈ, ਤਾਂ ਬਲੈਡਰ ਦੀ ਕਪੈਸਿਟੀ ਘੱਟ ਗਈ, ਤੁਸੀਂ ਹੋਲਡ ਤਾਂ ਕਰ ਨਹੀਂ ਸਕਦੇ, ਲੇਕਿਨ ਬੰਦੇ ਦਾ ਲਾਈਫ ਸਟਾਈਲ ਤਾਂ ਐਕਟਿਵ ਹੁੰਦਾ, ਬੰਦਾ ਆਪਣੇ ਕੰਮ 'ਚ ਬਿਜ਼ੀ ਹੈ ਤਾਂ ਰੋਕਣ ਦੀ ਕੋਸ਼ਿਸ਼ ਕਰਦਾ, ਉਹਨੂੰ ਜਵਾਨੀ ਯਾਦ ਰਹਿੰਦੀ ਹੈ ਵੀ ਮੈਂ ਤਾਂ ਇੰਨਾ ਚਿਰ ਕਦੀ ਚੇਤਾ ਵੀ ਨਹੀਂ ਸੀ ਆਉਂਦਾ ਪਿਸ਼ਾਬ ਦਾ ਕੰਮ ਕਰਦੇ ਹੋਏ, ਅਤੇ ਉਹ ਰੋਕਣ ਦੀ ਕੋਸ਼ਿਸ਼ ਕਰਦਾ ਬਲੈਡਰ 'ਚ ਜੋ ਨਹੀਂ ਜਾਣ ਹੈ ਨਹੀਂ ਐਕਸਪੈਂਡ ਕਰਨ ਦੀ, ਤਾਂ ਉਹ ਪੇਨਫੁਲ ਹੋ ਜਾਏਗਾ। ਪੇਨ ਕੀ ਹੈ? ਪੇਨ ਤਾਂ ਤੁਹਾਨੂੰ ਸਿਗਨਲ ਦੇ ਰਹੀ ਕਿ ਭਾਈ ਜਾਓ, ਤਾਂ ਉਹ ਬੰਦਾ ਜਾਂਦਾ ਨਹੀਂ, ਆਪਣੇ ਕੰਮ 'ਚ ਬਿਜ਼ੀ ਹੈ, ਜਾਂਦਾ ਨਹੀਂ, ਫਿਰ ਪੇਨ ਹੋਏਗੀ। ਅੱਛਾ ਇੱਕ ਚੀਜ਼ ਹੋਰ ਦੱਸੋ, ਅਕਸਰ ਆਪਾਂ ਚੰਗਾ ਭਲਾ ਬੰਦਾ ਜਵਾਨ ਹੈ, 18 ਸਾਲ ਦੀ ਉਮਰ ਹੈ ਬੰਦੇ ਦੀ, ਉਹ ਵੀ ਜੇ ਬੰਦਾ ਜ਼ਿਆਦਾ ਦੇਰ ਤੱਕ ਯੂਰਨ ਰੋਕਦਾ, ਬੋਡੀ ਦੇ ਅੰਦਰ ਜਿਹੜਾ ਯੂਰਨ ਹੈ ਉਹ ਐਸਿਡਿਕ ਫਾਰਮ ਦੇ ਵਿੱਚ ਆ, ਉਹਦੇ ਵਿੱਚ ਜਦੋਂ ਆਪਾਂ ਕੁਛ ਐਸਾ ਚੀਜ਼ ਖਾਧੀ ਜਾਂ ਕੁਛ ਐਂਟੀਬਾਇਓਟਿਕਸ ਖਾ ਲਈਆਂ ਤਾਂ ਉਹ ਜਲਨ ਪੈਦਾ ਹੋ ਕੇ ਪਿਸ਼ਾਬ ਆਉਂਦਾ, ਬਹੁਤ ਜਲਨ ਹੋ ਜਾਂਦੀ ਹੈ, ਉਹਦੇ 'ਚ ਐਸਿਡਿਕ ਹੋ ਜਾਂਦਾ ਅੰਦਰ ਚੀਜ਼ ਉਹ ਸਾਰੀ ਪਈ ਹੋਈ, ਉਹਦੇ 'ਚ ਅੰਦਰ ਕੀਟਾਣੂ ਬਹੁਤ ਜ਼ਿਆਦਾ ਹੁੰਦੇ ਨੇ। ਜਦੋਂ ਬੰਦਾ ਏਜਡ ਹੋ ਗਿਆ, ਉਹਨੂੰ ਪ੍ਰੋਸਟੇਟ ਹੋ ਗਿਆ, ਉਹ ਇਸ ਕੰਡੀਸ਼ਨ 'ਚ ਹੁੰਦਾ, ਫਿਰ ਤਾਂ ਉਹਦੀ ਬੜੀ ਮਾੜੀ ਹਾਲਤ ਹੋ ਜਾਂਦੀ ਹੋਣੀ। ਨਹੀਂ ਕੋਈ ਪ੍ਰੋਸਟੇਟ ਨਾਲ ਕੋਈ ਉਹਦਾ ਇਨਫੈਕਸ਼ਨ ਦਾ ਕੋਈ ਤਾਲੁਕ ਨਹੀਂ ਹੈ, ਇਨਫੈਕਸ਼ਨ ਦਾ ਬੰਦੇ ਦੀ ਇਮਿਊਨਿਟੀ 'ਤੇ ਡਿਪੈਂਡ ਕਰਦੀ ਨਾ। ਯੂਰਨ ਦੇ ਵਿੱਚ ਆਮ ਤੌਰ 'ਤੇ ਇਨਫੈਕਸ਼ਨ ਨਹੀਂ ਹੁੰਦੀ, ਇਨਫੈਕਸ਼ਨ ਤਾਂ ਉਦੋਂ ਹੀ ਹੋਏਗੀ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਸੀਂ ਕੋਈ ਕੈਥੇਟਰ ਪਵਾ ਲਿਆ, ਜਾਂ ਤੁਹਾਡੀ ਕੋਈ ਡਾਇਬਟੀਜ਼ ਕਰਕੇ ਇਮਿਊਨਿਟੀ ਘੱਟ ਗਈ, ਜਾਂ ਕੋਈ ਹੋਰ ਕਾਰਨ ਕਰਕੇ ਇਮਿਊਨਿਟੀ ਘੱਟ ਗਈ, ਜਾਂ ਮੇਰੇ ਕਹਿਣ ਤੋਂ ਭਾਵੇਂ ਡਾਕਟਰ ਸਾਹਿਬ ਕਿ ਮਤਲਬ ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਜ਼ਿਕਰ ਕਰ ਚੁੱਕੇ, ਜਦੋਂ ਕਿਡਨੀ ਦੀ ਬਿਮਾਰੀਆਂ ਦੀ ਗੱਲ ਕੀਤੀ ਸੀ, ਆਪਾਂ ਯੂਰਨ ਪੈਸੇਜ ਦੀ ਬਿਮਾਰੀਆਂ ਦੀ ਜ਼ਿਕਰ ਕੀਤੀ ਸੀ, UTI ਦੀ ਗੱਲ ਕੀਤੀ ਸੀ, ਤਾਂ ਉਦੋਂ ਵੀ ਆਪਾਂ ਇੱਕ ਗੱਲ ਕੀਤੀ ਸੀ ਕਿ ਜੇਕਰ ਆਪਾਂ ਪਿਸ਼ਾਬ ਕੁਛ ਜੇ ਰੋਕ ਲੈਂਦੇ ਹਾਂ ਤਾਂ ਉੱਥੇ ਕ੍ਰਿਸਟਲ ਜੰਮ ਜਾਂਦੇ ਨੇ, ਇੱਕ ਦੇ ਉੱਤੇ ਦੂਜਾ, ਦੂਜੇ ਦੇ ਤੀਜਾ, ਚੌਥਾ, ਪੰਜਵਾਂ, ਫਿਰ ਵੱਡੇ ਕਰਨ ਦੇ ਬਦਲੇ ਸਟੋਨ ਬਣ ਜਾਂਦਾ। ਅਤੇ ਇੱਥੇ ਤਾਂ ਬਿਮਾਰੀ ਉਹ ਹੈ ਕਿ ਪਿਸ਼ਾਬ ਰੁਕ ਕੇ ਆ ਰਿਹਾ, ਪਿਸ਼ਾਬ ਜਾ ਹੀ ਨਹੀਂ ਰਿਹਾ ਬਾਹਰ ਸਿੰਘ, ਅਤੇ ਇਹ ਵੀ ਅੱਗੇ ਚੱਲ ਕੇ ਸਟਾਨ ਦੀ ਕੋਈ ਪ੍ਰੋਬਲਮ ਕ੍ਰੀਏਟ ਕਰਦੀ। ਨਹੀਂ ਸਟੋਨ ਕਿਉਂਕਿ ਦਿਨ 'ਚ ਤੁਸੀਂ ਮਤਲਬ 7 ਵਾਰੀ 8 ਵਾਰੀ ਪਿਸ਼ਾਬ ਕਰਨ ਜਾ ਰਹੇ ਹੋ, ਉਹ ਨੌਬਤ ਨਹੀਂ ਆਏਗੀ, ਐਸਾ ਕੁਛ ਨਹੀਂ ਹੁੰਦਾ ਕਿ ਸਿਰਫ ਉਹਦੇ ਕਰਕੇ ਜਦੋਂ ਤੁਸੀਂ ਐਕਸੈਸਿਵ ਕੈਲਸ਼ੀਅਮ ਲੈ ਰਹੇ ਹੋ, ਐਕਸੈਸਿਵ ਯੂਰਿਕ ਐਸਿਡ ਹੈ, ਕੋਈ ਚੀਜ਼ ਜ਼ਿਆਦਾ ਹੋਏਗੀ ਤਾਂ ਹੀ ਉਹ ਬਣਨਗੇ ਸਟੋਨ। ਸਿਰਫ ਇਸ ਕਰਕੇ ਕਿ ਤੁਹਾਨੂੰ ਪਿਸ਼ਾਬ ਬਾਰ-ਬਾਰ ਜਾਣਾ ਪੈ ਰਿਹਾ ਜਾਂ ਰੁਕ ਕੇ ਆ ਰਿਹਾ, ਉਹਦੇ ਕਰਕੇ ਸਟੋਨ ਨਹੀਂ ਬਣਦੇ, ਅਤੇ ਨਾ ਉਹਦੇ ਕਰਕੇ ਇਨਫੈਕਸ਼ਨ ਹੁੰਦੀ ਹੈ। ਕਿਉਂਕਿ ਮੈਂ ਸੋਚਿਆਂ ਨੂੰ ਸਪਸ਼ਟ ਕਰਦਾ ਕਿ ਜਿਹੜਾ ਪਿਸ਼ਾਬ ਹੈ ਦੁਨੀਆ ਦੀ ਸਭ ਤੋਂ ਸਾਫ਼ ਸੁਥਰੀ ਚੀਜ਼ ਹੈ। ਪਿਸ਼ਾਬ ਬਾਰੇ ਥੋੜ੍ਹਾ ਇਮੇਜ ਬਣਿਆ ਹੋਇਆ ਕਿ ਪਿਸ਼ਾਬ ਬੜੀ ਗੰਦੀ ਚੀਜ਼ ਹੈ, ਇਹਨੂੰ ਹੱਥ ਨਾਲ ਲਾਓ, ਐਸਾ ਕੁਛ ਵੀ ਨਹੀਂ ਹੈ। ਪਿਸ਼ਾਬ ਬਹੁਤ ਹੀ ਲੈਟਰਨ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਕੀਟਾਣੂ ਜਿਹੜੇ ਨੇ ਬਹੁਤ ਮਾੜੇ ਹੁੰਦੇ ਆ, ਅੱਗੇ ਬਿਮਾਰੀ ਫੈਲਾ ਸਕਦੇ ਆ, ਬਿਮਾਰੀ ਕਰ ਸਕਦੇ। ਲੈਟਰਨ ਦੇ ਵਿੱਚ ਇਹ ਇੱਦਾਂ ਦੀ ਵਕਤ, ਲੇਕਿਨ ਪਿਸ਼ਾਬ ਦੇ ਵਿੱਚ ਇੱਕ ਹੈਲਦੀ ਬੰਦੇ ਦਾ ਜਿਹੜਾ ਪਿਸ਼ਾਬ ਹੈ ਉਹ ਬਹੁਤ ਹੀ ਸਾਫ਼ ਸੁਥਰਾ ਲਿਕੁਇਡ ਹੁੰਦਾ, ਉਹ ਕਿਸੇ ਨੂੰ ਨਾ ਬਿਮਾਰੀ ਉਲਟਾ ਪੁਰਾਣੇ ਜ਼ਮਾਨੇ 'ਚ ਇਲਾਜ ਕਰਦੇ ਸੀ ਇਹਦੇ ਨਾਲ, ਹੁਣ ਵੀ ਕਰਦੇ। ਪਿਸ਼ਾਬ ਪਿਆਉਂਦੇ ਸੀ, ਪਿਸ਼ਾਬ ਉਹਦਾ ਸਰਟੀਫਿਕੇਟ ਲੱਗ ਜਾਂਦੀ ਸੀ ਉੱਤੇ ਪਿਸ਼ਾਬ ਕਰਦੇ, ਹਾਂ। ਤਾਂ ਉਹ ਉਸ ਕਰਕੇ ਪਿਸ਼ਾਬ ਦੇ ਨਾਲ ਪੱਟੀ ਕਰਨੀ, ਜ਼ਖਮ ਧੋਣਾ, ਇਹ ਆਮ ਸੀਗਾ। ਤਾਂ ਉਹ ਹੁਣ ਵੀ ਇੱਕ ਸਕੂਲ ਆਫ ਥਾਟ ਹੈਗਾ ਜਿਹੜਾ ਕਿ ਪਿਸ਼ਾਬ ਦੇ ਨਾਲ ਇਲਾਜ ਕਰਦਾ। ਤਾਂ ਉਹ ਇਸ ਕਰਕੇ ਪਿਸ਼ਾਬ ਦੀ ਗੰਦਗੀ ਤੋਂ ਕੋਈ ਡਰਨ ਦੀ ਲੋੜ ਨਹੀਂ ਹੈ। ਪਿਸ਼ਾਬ ਗੰਦਾ ਲਿਕੁਇਡ ਨਹੀਂ ਹੁੰਦਾ। ਪਿਸ਼ਾਬ ਤੁਹਾਡੇ ਹੱਥ ਨੂੰ ਟੱਚ ਕਰ ਗਿਆ ਜਾਂ ਕਿਸੇ ਚੀਜ਼ ਨੂੰ ਟੱਚ ਕਰ ਗਿਆ ਤਾਂ ਉਹਦੇ 'ਚ ਕੋਈ ਨਫ਼ਰਤ ਮੰਨਣ ਵਾਲੀ ਕੋਈ ਗੱਲ ਨਹੀਂ ਹੈ। ਸੋ ਇਸ ਕਰਕੇ ਜਿਹੜੀ ਪ੍ਰੋਸਟੇਟ ਦੇ ਮਰੀਜ਼ਾਂ ਦੀ ਗੱਲ ਹੁੰਦੀ ਹੈ ਕਿ ਇਹਨਾਂ ਦੇ ਇੱਕ ਤਾਂ ਸਟੀਮ ਬਹੁਤ ਵੀ ਵੀਕ ਹੁੰਦੀ ਹੈ, ਡਰਾਪ ਆਉਣ ਲੱਗ ਜਾਂਦਾ, ਜਾਂ ਵਿੱਚੇ ਨਿਕਲ ਜਾਂਦਾ, ਜਾਂ ਬਾਥਰੂਮ 'ਚ ਫਟਾਫਟ ਭੱਜਣਾ ਪੈਂਦਾ, ਮੈਂ ਰੋਕ ਨਹੀਂ ਸਕਦੇ ਆਪਣੇ ਨੂੰ, ਉਹ ਦੌੜ ਕੇ ਜਾਣਾ ਪੈਂਦਾ ਵੀ ਮੈਂ ਹੁਣ ਜਾਵਾਂ ਫਟਾਫਟ, ਨਹੀਂ ਤਾਂ ਪਿੱਛੇ ਨਿਕਲ ਜਾਏਗਾ। ਸੋ ਇੱਦਾਂ ਦੀਆਂ ਅਲਾਮਤਾਂ ਹੁੰਦੀਆਂ ਨੇ ਪ੍ਰੋਸਟੇਟ ਦੀਆਂ, ਜਿਹੜੀ ਕਿ ਜਿਹੜੀਆਂ ਜਿਹ ਤੋਂ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਕਿ ਪ੍ਰੋਸਟੇਟ ਦੀ ਪ੍ਰੋਬਲਮ ਸਾਨੂੰ ਹੋ ਰਹੀ ਹੈ। ਦੂਜੀ ਗੱਲ ਆ ਗਈ ਕਿ ਹੁਣ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਕਦੀ ਵੀ ਅਲਟਰਾਸਾਊਂਡ ਤੋਂ ਨਹੀਂ ਕਰਨੀ। ਅਲਟਰਾਸਾਊਂਡ ਤੋਂ ਅਸੀਂ ਇੰਟਰਪ੍ਰੀਟੇਸ਼ਨ ਕਰਾਂਗੇ ਤਾਂ ਬਹੁਤ ਮਾਰ ਖਾ ਜਾਵਾਂਗੇ, ਕਿਉਂਕਿ ਅਲਟਰਾਸਾਊਂਡ ਦੇ ਵਿੱਚ ਗ੍ਰੇਡ 1 ਗ੍ਰੇਡ 2 ਦਾ ਜਿਹੜਾ ਮਸਲਾ ਹੈ ਉਹਦੇ ਕਰਕੇ ਆਪਰੇਸ਼ਨ ਨਹੀਂ ਕਰਾਉਣਾ। ਆਪਰੇਸ਼ਨ ਕਰਾਉਣਾ ਕਿ ਤੁਹਾਨੂੰ ਅਲਾਮਤਾਂ ਕਿੰਨੀਆਂ ਨੇ। ਅੱਜ ਤਾਂ ਹੁਣ ਜਿਹੜੇ ਐਲੋਪੈਥਿਕ ਡਾਕਟਰ ਨੇ ਖੁਦ ਵੀ ਖੈਰ ਮੰਨਣ ਲੱਗ ਗਏ ਇਸ ਗੱਲ ਨੂੰ ਕਿ ਬਈ ਜਲਦੀ ਆਪਰੇਸ਼ਨ ਨਹੀਂ ਐਡਵਾਈਜ਼ ਕਰਦੇ, ਹੁਣ ਤਾਂ ਦਵਾਈਆਂ ਬਹੁਤ ਆ ਗਈਆਂ। ਪਹਿਲੀ ਗੱਲ ਤਾਂ ਤੁਸੀਂ ਥੋੜ੍ਹਾ ਲਾਈਫ ਸਟਾਈਲ ਬਦਲੋ, ਥੋੜ੍ਹਾ ਡਾਈਟ ਬਦਲੋ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਦੂਜੀ ਗੱਲ ਹਰਬਲ ਦਵਾਈਆਂ ਬਹੁਤ ਆ ਗਈਆਂ। ਤੀਜੀ ਗੱਲ ਐਲੋਪੈਥਿਕ ਦਵਾਈਆਂ ਬਹੁਤ ਆ ਗਈਆਂ। ਚੌਥੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਉਹਦੇ 'ਚ ਮੇਰਾ ਇੱਕ ਦੋਸਤ ਹੈ, ਉਹਨੂੰ ਮੇਰੇ ਖਿਆਲ 'ਚ 3 ਸਾਲ ਹੋ ਚੱਲੇ ਆ, ਉਹਦਾ ਪਿਸ਼ਾਬ ਰੁਕ ਗਿਆ। ਉਹ ਇਕੱਲਾ ਹੀ ਨਹੀਂ, ਹੋਰ ਇੰਨੇ ਕੰਮ ਮੇਰੇ ਕੋਲ ਇੱਦਾਂ ਦੇ ਪੇਸ਼ੈਂਟ ਆਏ ਆ
ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਰੇਸ਼ਨ ਪੁੱਛਦਾ ਬੜਾ ਕਰਾਉਣ ਦਾ ਮੂਡ ਹੈ ਨਹੀਂ। ਮੈਂ ਤੂੰ ਨਾ ਕਰਾ, ਤੈਨੂੰ ਕਿੰਨੇ ਕਾ ਆਪਰੇਸ਼ਨ ਕਰਾਉਣਾ। ਉਹਦੇ ਅਸੀਂ ਹਫ਼ਤਾ ਨਾਲ ਹੀ ਪਾਈ ਰੱਖੀ, ਹਫ਼ਤੇ ਬਾਅਦ ਨਾਲ ਹੀ ਕੱਢਤੀ। ਉਹ ਚੰਗਾ ਭਲਾ ਹੁਣ ਉਸ ਤੋਂ ਬਾਅਦ ਦਵਾਈਆਂ ਦੇ ਦਿੱਤੀਆਂ। ਤਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਮਾੜਾ ਜਿਹਾ ਹੋਇਆ ਨਹੀਂ ਤੁਹਾਡਾ ਇੱਕ ਵਾਰੀ ਤਾਂ ਤੁਸੀਂ ਨਾਲ ਦੀ ਨਾਲ ਆਪਰੇਸ਼ਨ ਕਰਾਓ। ਆਪਰੇਸ਼ਨ ਕਰਕੇ ਕੀ ਕਰਦੇ ਨੇ ਡਾਕਟਰ ਸਾਹਿਬ? ਉਹ ਕੀ ਗੱਠ ਕੱਢ ਦਿੰਦੇ ਨੇ ਜਾਂ ਉਹ ਕੀ ਕਰਦੇ? 2 ਤਰ੍ਹਾਂ ਦਾ ਆਪਰੇਸ਼ਨ ਦੇ, ਇੱਕ ਤਾਂ ਓਪਨ ਜਿਹੜੀ ਸਰਜਰੀ ਪ੍ਰੋਸਟੇਟ ਦੀ ਹੈ, ਉਹ ਤੋਂ ਉੱਪਰੋਂ ਖੋਲ ਕੇ ਫਿਰ ਪੂਰੇ ਪ੍ਰੋਸਟੇਟ ਰਿਮੂਵ ਕਰ ਦਿੰਦੇ ਆ, ਜਿਹੜੇ ਫਾਲਤੂ ਚਰਬੀ ਆਈ ਕੱਢ ਹੀ ਦਿੰਦੇ ਆ, ਪ੍ਰੋਸਟੇਟ ਕੱਢ ਦਿੰਦੇ ਵਿੱਚੋਂ। ਹਾਂ, ਗਲੈਂਡ ਕੱਢ ਦਿੰਦੇ। ਫਿਰ ਉਸ ਤੋਂ ਬਾਅਦ ਸੈਕਸ਼ੂਅਲ ਇਹ ਉਹ ਸਭ ਕੁਝ ਖਤਮ ਬੰਦਾ। ਉਹ ਤਾਂ ਨੈਚੁਰਲੀ ਫਿਰ ਉਸ ਤੋਂ ਬਾਅਦ ਉਹਦਾ ਇਫੈਕਟ ਤਾਂ ਪੈਂਦਾ ਹੀ ਹੈ, ਲੇਕਿਨ ਉਹ ਬਹੁਤ ਇੰਪੋਰਟੈਂਟ ਆਰਗਨ ਹੈ, ਇਸ ਕਰਕੇ ਉਹਨੂੰ ਕਢਾਉਣ ਲੱਗਿਆਂ ਬਹੁਤ ਸੋਚ ਸਮਝ ਕੇ ਕਢਾਉਣਾ ਚਾਹੀਦਾ। ਔਰ ਅੱਜ ਮੈਂ ਸਮਝਦਾ ਕਿ ਜੇ 100 ਬੰਦਾ ਪ੍ਰੋਸਟੇਟ ਦਾ ਡਾਇਗਨੋਸ ਹੋ ਰਿਹਾ ਤਾਂ ਪ੍ਰੋਸਟੇਟ ਕਰਨ ਦੀ ਲੋੜ ਜਿਹੜੀ ਹੈ ਮੈਂ 5-7 ਨੂੰ ਪੈਂਦੀ ਹੋਣੀ ਆ। 95% ਲੋਕ ਜਿਹੜੇ ਨੇ, 90% ਲੋਕ ਜਿਹੜੇ ਨੇ, ਉਹ ਬਿਨਾਂ ਕਿਸੇ ਸਰਜਰੀ ਤੋਂ ਠੀਕ ਠਾਕ ਸਾਰੀ ਉਮਰ ਲੰਘਾ ਸਕਦੇ ਆ ਜਾਂ ਬਹੁਤ ਲੰਬਾ ਸਮਾਂ ਲੰਘਾ ਸਕਦੇ ਆ। ਮੈਂ ਫਿਰ ਇੱਥੇ ਰੋਕ ਰਿਹਾ, ਬੜੀ ਇੰਪੋਰਟੈਂਟ ਗੱਲ ਕੀਤੀ ਹੈ ਤੁਸੀਂ ਕਿ ਪ੍ਰੋਸਟੇਟ ਦਾ ਆਪਰੇਸ਼ਨ ਕਰਾਇਆ, ਉਸ ਤੋਂ ਆਪਰੇਸ਼ਨ ਕਰਾ ਕੇ ਤਾਂ ਆਪਾਂ ਇੱਕ ਪ੍ਰੋਬਲਮ ਤੋਂ ਨਿਕਲ ਗਏ। ਉਸ ਤੋਂ ਬਾਅਦ ਪੋਸਟ ਆਪਰੇਸ਼ਨ ਜਿਹੜੇ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਵੀ ਹੋਈਆਂ ਨੇ ਜਿਹੜੀਆਂ ਬੰਦੇ ਦੇ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਨੇ, ਕਿਉਂਕਿ ਬੰਦਾ ਪ੍ਰੋਸਟੇਟ ਮਤਲਬ ਜਿਹੜਾ ਗਲੈਂਡ ਹੈ ਉਹ ਜਿਹੜਾ ਉਹ ਟੈਸਟੋਸਟੇਰੋਨ ਬਣਾ ਰਿਹਾ ਹੈ, ਮਰਦਾਨਗੀ ਜਿਹੜੀ ਉਹਦੇ ਕਰਕੇ ਬੰਦੇ ਦੇ ਵਿੱਚ ਹੈਗੀ ਹੈ। ਜਦੋਂ ਪ੍ਰੋਸਟੇਟ ਨਿਕਲ ਗਿਆ ਵਿੱਚੋਂ ਤਾਂ ਫਿਰ ਬੰਦਾ ਬੇਕਾਰ। ਨਹੀਂ, ਚਲੋ ਟੈਸਟੋਸਟੇਰੋਨ ਤਾਂ ਨਹੀਂ ਪ੍ਰੋਸਟੇਟ ਬਣਾਉਂਦਾ, ਹੈਲਪਿੰਗ ਹਾਰਮੋਨਸ ਹੁੰਦੇ ਆ, ਲੇਕਿਨ ਹੈਲਪਿੰਗ ਹਾਰਮੋਨ ਵੀ ਬਹੁਤ ਜ਼ਰੂਰੀ ਹੁੰਦੇ ਆ ਤੁਹਾਡੀ ਸਿਹਤ ਵਾਸਤੇ। ਇਸ ਕਰਕੇ ਪ੍ਰੋਸਟੇਟ ਜਲਦੀ ਨਹੀਂ ਕਢਾਉਣਾ ਚਾਹੀਦਾ ਅਨਲੈਸ ਐਂਟਲ ਬਹੁਤ ਹੀ ਮਜਬੂਰੀ ਹੋਵੇ ਤੇ ਬਾਕੀ ਸਾਰੇ ਹਥਿਆਰ ਫੇਲ ਹੋ ਜਾਣ। ਸਰਜਰੀ ਦਾ ਇਨ ਜਨਰਲੀ ਸਰਜਰੀ ਦਾ ਪ੍ਰਿੰਸੀਪਲ ਇਹ ਰੱਖਣਾ ਚਾਹੀਦਾ ਕਿ ਜਦੋਂ ਬਾਕੀ ਸਭ ਕੁਝ ਫੇਲ ਹੋ ਜਾਏ ਉਦੋਂ ਸਰਜਰੀ ਕਰਾਓ, ਕਿਉਂਕਿ ਬਾਡੀ ਦਾ ਤੁਸੀਂ ਕਿਸੇ ਪਾਰਟ ਨੂੰ ਛੇੜਦੇ ਹੋ, ਕੱਟ ਵੱਢ ਕਰਦੇ ਹੋ ਤਾਂ ਬਾਕੀ ਬਾਡੀ ਸਾਰੀ ਡਿਸਟਰਬ ਹੁੰਦੀ ਹੈ। ਇਸ ਕਰਕੇ ਸਰਜਰੀ ਬਾਰੇ ਜਨਰਲ ਪ੍ਰਿੰਸੀਪਲ ਜੋ ਇਹੀ ਰੱਖਣਾ ਚਾਹੀਦਾ, ਔਰ ਪ੍ਰੋਸਟੇਟ ਬਾਰੇ ਖਾਸ ਕਰਕੇ ਇਹੀ ਰੱਖਣਾ ਚਾਹੀਦਾ, ਕਿਉਂਕਿ ਪ੍ਰੋਸਟੇਟ ਜਿਹੜਾ ਟੈਸਟਾਂ ਟੁਸਟਾਂ 'ਚ ਆਉਣ ਦਾ ਕੋਈ ਮਤਲਬ ਨਹੀਂ ਹੈ। ਅੱਜ ਕੱਲ੍ਹ ਤਾਂ ਰੈਜ਼ੀਡੂਅਲ ਯੂਰਿਨ ਜਿਹੜਾ ਉਹ ਕਈ ਵਾਰੀ ਪਹਿਲਾਂ ਕਹਿੰਦੀ ਸੀ ਇੰਨਾ ਰੈਜ਼ੀਡੂਅਲ ਯੂਰਿਨ ਰਹਿ ਗਿਆ ਜੀ, 50 ml ਰਹਿ ਗਿਆ ਜੀ, 100 ml ਰਹਿ ਗਿਆ ਜੀ। ਉਹ ਕਹਿੰਦਾ ਕੋਈ ਗੱਲ ਨਹੀਂ, ਫਿਰ ਤਾਂ ਕੀ ਹੋ ਗਿਆ? ਇਹ ਥੋੜਾ ਬਾਕੀ ਪਿਸ਼ਾਬ ਕਰਨ ਤੋਂ ਬਾਅਦ ਕਿੰਨਾ ਪਿਸ਼ਾਬ ਪਿੱਛੇ ਬਚ ਗਿਆ, ਕਿੰਨਾ ਬਚ ਗਿਆ? ਜਿਹੜੇ ਬਚ ਜਾਂਦੇ ਨੇ, ਤੁਪਕੇ ਨਹੀਂ ਹੁੰਦੇ, ਤੁਪਕੇ ਤਾਂ ਸਾਰਿਆਂ ਦੇ ਬਚਦੇ ਆ, ਇਹਨਾਂ ਜਿਹੜੇ ਪ੍ਰੋਸਟੇਟ ਮਰੀਜ਼ਾਂ ਦਾ ਜ਼ਿਆਦਾ ਬਚ ਜਾਂਦਾ ਹੈ, 50 ml 100 ml ਇਹਨਾਂ। ਤਾਂ ਉਹ ਕਹਿੰਦੇ ਸੀ ਵੀ ਇਹ ਬੜਾ ਖਤਰਨਾਕ ਹੈ। ਜਦੋਂ ਤੁਹਾਡਾ ਪਿਸ਼ਾਬ ਤਾਂ ਹਰ ਵੇਲੇ ਹੀ ਪਖਾਨੇ 'ਚ ਪਿਸ਼ਾਬ ਹੁੰਦਾ, ਤੁਸੀਂ ਹੁਣ ਕਰਕੇ ਆਏ ਹੋ, ਘੰਟੇ ਬਾਅਦ ਫਿਰ ਹੋਊਗਾ, ਫਿਰ ਕਰ ਲਓ, ਫਿਰ ਘੰਟੇ ਬਾਅਦ ਫਿਰ ਹੋਊਗਾ, ਤੇ ਫਿਰ ਹਾਂ। ਸੋ ਇਸ ਕਰਕੇ ਉਹ ਕੋਈ ਐਡਾ ਇਸ਼ੂ ਨਹੀਂ ਹੈ ਕਿ ਉਹਦੇ ਕਰਕੇ ਤੁਹਾਡਾ ਬੈਕ ਪ੍ਰੈਸ਼ਰ ਪਏਗਾ। ਬੈਕ ਪ੍ਰੈਸ਼ਰ ਉਦੋਂ ਹੀ ਪਏਗਾ ਜਦੋਂ ਕਿ ਬਹੁਤ ਜ਼ਿਆਦਾ ਦਿੱਕਤ ਹੈ ਅੱਗੇ, ਤਾਂ ਹੀ ਪਏਗਾ। ਮਾੜੀ ਮੋਟੀ ਆਮ ਤੌਰ 'ਤੇ 100 ਚੋਂ ਮਤਲਬ 90% ਬੰਦਿਆਂ ਦੇ ਪ੍ਰੈਸ਼ਰ ਵਾਲੀ ਸਮੱਸਿਆ ਨਹੀਂ ਹੁੰਦੀ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। तो ਇਸ ਕਰਕੇ ਪ੍ਰੈਸ਼ਰ ਪੁਸ਼ਰ ਤੋਂ ਡਰਨ ਦੀ ਲੋੜ ਨਾ ਇਸ ਗੱਲ ਤੋਂ ਡਰਨ ਦੀ ਲੋੜ ਹੈ ਕਿ ਇਹਦੇ ਕਿੰਨਾ ਗ੍ਰੇਡ 1 ਆ ਗਿਆ ਕਿ ਗ੍ਰੇਡ 2 ਆ ਗਿਆ, ਕਿਉਂਕਿ ਉਹ ਜਿਸ ਹਿਸਾਬ ਦਾ ਗ੍ਰੇਡ 1 ਹੈ ਕਿ ਗ੍ਰੇਡ 2 ਹੈ ਕਿ ਅਲਾਮਤਾਂ ਕਿੰਨੀਆਂ ਕੁ ਨੇ ਉਹਦੇ ਹਿਸਾਬ ਨਾਲ ਆਪਾਂ ਹੱਲ ਕਰ ਸਕਦੇ ਹਾਂ। ਉਹ ਹੱਲ ਜਿਹੜੇ ਨੇ ਨਾਨ ਸਰਜੀਕਲ ਹੈਗੇ ਆ ਕਿ ਸਰਜਰੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ।
ਸਰਜਰੀ ਖੀਰਲਾ ਤਿਆਰੀ ਹੋਣੀ ਚਾਹੀਦੀ ਹੈ। ਦੂਜੀ ਤੇ ਇੱਕ ਤਾਂ ਓਪਨ ਪ੍ਰੋਸਟੇਟ ਸੀਗਾ ਜਿਹੜਾ ਹੱਥ ਨਾਲ ਕਰਦੇ ਸੀਗੇ, ਹੁਣ ਇੱਕ ਅੱਗ ਆ ਗਿਆ TUR ਕਹਿੰਦੇ ਉਹਨੂੰ, ਟਰਾਂਸਯੂਰੀਥਰਲ ਰਿਸੈਕਸ਼ਨ, ਯਾਨੀ ਕਿ ਥੱਲਿਓਂ ਪਾ ਕੇ ਪਾਈਪ ਪਾ ਕੇ ਤੇ ਲੈਪਰੋਸਕੋਪ ਪਾ ਕੇ ਉਹਦੇ ਅੰਦਰੋਂ ਖੁਰਚ ਦਿੰਦੇ ਆ, ਛਿੱਲ ਦਿੰਦੇ ਆ। ਜਿੰਨੇ ਮੰਨ ਲਓ ਜਿਹੜਾ ਰਸਤਾ ਭੀੜਾ ਹੈ ਤੁਸੀਂ ਛਿੱਲਦਾ ਉਹਨੂੰ ਐਂ ਕਰਕੇ ਛਿੱਲਿਆ ਗਿਆ, ਉਹ ਛਿੱਲਣ ਤੋਂ ਬਾਅਦ ਫਿਰ ਕੀ ਹੁੰਦਾ, ਨਾਲੀ ਪਾ ਦਿੰਦੇ ਆ ਤੇ ਨਾਲੀ ਦੇ ਆਲੇ ਦੁਆਲੇ ਉਹ ਜਿਹੜੀ ਪਿਸ਼ਾਬ ਨਾਲੀ ਦੁਬਾਰਾ ਬਣ ਜਾਂਦੀ ਹੈ ਨਾਲੀ ਦੇ ਆਲੇ ਦੁਆਲੇ। ਤੇ ਉਹ ਜਿਹੜਾ ਤਰੀਕਾ ਹੈ ਅੱਜ ਕੱਲ੍ਹ TUR ਕਹਿੰਦੇ ਇਹਨੂੰ, TUR ਚੱਲਦਾ। ਤੇ TUR ਜਿਹੜੇ ਲੋਕ ਆਮ ਅਕਸਰ ਹੀ ਕਰਾ ਲੈਂਦੇ ਹੁਣ, ਲੇਕਿਨ ਹੁਣ ਜਿਹੜੇ ਅੱਛੇ ਡਾਕਟਰ ਨੇ ਉਹ TUR ਨੂੰ ਵੀ ਥੋੜ੍ਹਾ ਜਿਹਾ ਰੈਸਟ੍ਰੇਂਟ ਨਾਲ ਐਡਵਾਈਜ਼ ਕਰਨ ਲੱਗ ਗਏ ਆ, ਔਰ ਕੋਸ਼ਿਸ਼ ਕਰਦੇ ਆ ਕਿ ਮੈਕਸੀਮਮ ਟਾਈਮ ਦਵਾਈਆਂ ਦੇ ਨਾਲ ਜਾਂ ਛੋਟੇ ਮੋਟੇ ਜਿਹੜੇ ਹੋਰ ਗੱਲਾਂ ਨੇ ਉਹਦੇ ਨਾਲ ਜਿਹੜਾ ਬੰਦੇ ਦੀ ਲਾਈਫ ਲੰਬੀ ਰਹੇ, ਕਿਉਂਕਿ TUR ਦੀਆਂ ਆਪਣੀਆਂ ਕੰਪਲੀਕੇਸ਼ਨਸ ਬਹੁਤ ਨੇ। TUR ਅੱਜ ਤੁਸੀਂ ਕਰਾਇਆ, ਕੱਲ੍ਹ ਨੂੰ ਇਨਫੈਕਸ਼ਨ ਨਹੀਂ ਜਾਣੀ। ਕੋਈ ਪ੍ਰੋਬਲਮ ਇਹ ਹੈ ਅੱਜ ਦੇ ਯੁੱਗ ਦੇ ਅੰਦਰ ਕਿ ਪਿਸ਼ਾਬ ਦੀ ਇਨਫੈਕਸ਼ਨ ਇੱਕ ਵਾਰੀ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਹੋਈ ਜਾਂਦੀ ਹੈ। ਸੋ ਇਸ ਕਰਕੇ ਸਿਸਟਮ ਨੂੰ ਛੇੜਨਾ ਜਿਹੜਾ ਸਰਜੀਕਲੀ ਛੇੜਨਾ ਜਿਹੜਾ ਉਹ ਕੋਈ ਬਹੁਤ ਐਡਵਾਈਜ਼ੇਬਲ ਨਹੀਂ ਹੈ। ਤੇ ਇਸ ਕਰਕੇ ਆਪਾਂ ਨੂੰ ਜਿਹੜਾ ਰੱਖਣਾ ਚਾਹੀਦਾ ਹੈ, ਤੇ ਉਹ ਜਿਹੜਾ ਅਸੀਂ ਜਿਹੜਾ ਇਹਦੇ 'ਚ ਹੋਲਿਸਟਿਕ ਹੈਲਥ ਕੇਅਰ 'ਚ ਕਹਿੰਦੇ ਹਾਂ ਕਿ ਜਿਹੜੇ ਤੋਂ ਆਪਾਂ ਪੰਜ ਗਿਣਦੇ ਹੁੰਦੇ ਹਾਂ ਕਿ ਡਾਈਟ ਜਿਹੜੀ ਹੈ ਉਹ ਵੀ ਹੈਲਪ ਕਰਦੀ ਹੈ ਪ੍ਰੋਸਟੇਟ ਦੇ ਪੇਸ਼ੈਂਟਸ ਨੂੰ। ਡਾਈਟ ਕਿਹੜੀ ਡਾਈਟ ਬੰਦਾ ਖਾ ਜਾਂਦਾ ਜਿਹੜਾ ਪ੍ਰੋਸਟੇਟ ਬੰਦੇ ਨੂੰ ਹੋਣ ਲੱਗ ਜਾਂਦਾ, ਕੀ ਖਾ ਜਾਂਦਾ ਹੈ ਜਿਹੜਾ ਕਿਉਂਕਿ ਹਰ ਬੰਦਾ ਜੋ ਕੁਝ ਵੀ ਖਾ ਰਿਹਾ ਉਹਦਾ ਅੰਦਰ ਬੈਡ ਇਫੈਕਟ ਪੈ ਰਿਹਾ ਹੈ, ਕੋਈ ਇਹੋ ਜਿਹਾ ਹੈ ਚੀਜ਼ ਵੀ ਜਿਹੜੀ ਆਪਾਂ ਬੰਦਾ ਪੁੱਠੀ ਸੀ ਖਾ ਗਿਆ ਤੇ ਉਹਦੇ ਕਰਕੇ ਪ੍ਰੋਸਟੇਟ ਹੋਣ ਲੱਗਾ? ਨਹੀਂ, ਪ੍ਰੋਸਟੇਟ ਨੂੰ ਆਪਾਂ ਸੈਪਰੇਟ ਕਰਕੇ ਤਾਂ ਇੱਦਾਂ ਸ਼ਾਇਦ ਨਾ ਸਮਝ ਆਵੇ ਆਪਾਂ ਨੂੰ, ਲੇਕਿਨ ਓਵਰਆਲ ਜਿਹੜੀ ਏਜਿੰਗ ਪ੍ਰੋਸੈਸ ਹੈ, ਏਜਿੰਗ ਸ਼ੁਰੂ ਹੋ ਜਾਂਦੀ ਨਾ। ਜਦੋਂ ਬੰਦਾ ਜੰਮ ਗਿਆ ਤਾਂ ਉਹਦੀ ਏਜਿੰਗ ਸ਼ੁਰੂ ਹੋ ਗਈ। ਬੱਚਾ ਮਾਂ ਦੇ ਪੇਟ 'ਚੋਂ ਬਾਹਰ ਆ ਗਿਆ ਤਾਂ ਉਹਦੀ ਏਜਿੰਗ ਸ਼ੁਰੂ ਹੋ ਗਈ। ਉਹ ਏਜਿੰਗ ਕਿੰਨੀ ਫਾਸਟ ਚੱਲਣੀ ਹੈ ਤੇ ਕਿੰਨੀ ਸਲੋ ਚੱਲਣੀ ਹੈ ਇਹ ਡਿਪੈਂਡ ਕਰਦਾ ਤੁਹਾਡੀ ਡਾਈਟ 'ਤੇ ਅਤੇ ਥੋੜੀ ਹੋਰ ਗੱਲਾਂ 'ਤੇ। ਸੋ ਏਜਿੰਗ ਕੁਛ ਲੋਕਾਂ 'ਚ ਫਾਸਟ ਹੁੰਦੀ ਹੈ ਤਾਂ ਉਹ ਕੀ ਜਲਦੀ ਮਰ ਜਾਂਦੇ ਆ, ਕੁਛ ਲੋਕਾਂ 'ਚ ਏਜਿੰਗ ਸਲੋ ਹੁੰਦੀ ਹੈ ਉਹ 100 ਸਾਲ ਤੋਂ ਉੱਪਰ ਹੋ ਜਾਂਦੇ ਆ। ਕਿੰਨੀ ਉਮਰ ਦੇ ਬੰਦਿਆਂ ਨੂੰ ਜਿਹੜੀ ਇਹ ਮਤਲਬ ਕਾਮਨ ਕਿੰਨੀ ਉਮਰ ਦੇ ਬੰਦਿਆਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਆਉਂਦੀ? ਪ੍ਰੋਸਟੇਟ ਦੀ ਪ੍ਰੋਬਲਮ ਤਾਂ ਹੁਣ 40 ਤੋਂ ਉੱਪਰ ਹੀ ਆਉਣ ਲੱਗ ਗਈ ਹੈ ਲੋਕਾਂ ਨੂੰ। ਅੱਛਾ, ਇਹੀ ਤਾਂ ਮੈਂ ਕਹਿ ਰਿਹਾ ਨਾ ਦੇਖੋ 60 ਤੋਂ ਉੱਪਰ ਆਉਂਦੀ ਸੀ, ਹੁਣ ਇਹ 40 ਤੋਂ ਉੱਪਰ ਹੀ ਆਉਣ ਲੱਗ ਗਈ ਹੈ। ਇਹੀ ਮੈਂ ਕਹਿ ਰਿਹਾ ਕਿ ਪਹਿਲਾਂ 60 ਤੋਂ ਉੱਪਰ ਆਉਂਦੀ ਸੀ, ਹੁਣ 40 ਤੋਂ ਆ ਰਹੀ ਹੈ। ਦੈਟ ਮੀਨਸ ਕਿ ਆਪਾਂ ਕੁਛ ਇਹੋ ਜਿਹਾ ਖਾ ਰਹੇ ਹਾਂ, ਬੋਡੀ ਦੇ ਅੰਦਰ ਭੇਜ ਰਹੇ ਹਾਂ ਜਿਹਦੇ ਨਾਲ ਆਪਣੀ ਜਿਹੜੀ ਆ ਉਹ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਉਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਐਡਵਾਂਸ ਹੋ ਰਹੀਆਂ ਨੇ, ਇਕੱਲਾ ਪ੍ਰੋਸਟੇਟ ਨਹੀਂ, BP ਐਡਵਾਂਸ ਹੋ ਗਿਆ, ਸ਼ੂਗਰ ਐਡਵਾਂਸ ਹੋ ਗਈ, ਤੁਹਾਡਾ ਹਾਰਟ ਦੀ ਪ੍ਰੋਬਲਮ ਐਡਵਾਂਸ ਹੋ ਗਈ ਹੋਈ ਹੈ, ਬ੍ਰੇਨ ਵਾਲੀ ਪ੍ਰੋਬਲਮ ਐਡਵਾਂਸ ਹੋ ਗਈ ਹੋਈ ਹੈ। ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਇਹ ਸਾਰੀਆਂ ਦੇ ਸਾਰੀਆਂ 10 ਸਾਲ ਤੋਂ ਲੈ ਕੇ 20 ਸਾਲ ਅੱਗੇ ਆ ਗਈਆਂ ਨੇ। ਜੋ ਪਹਿਲਾਂ 60 ਸਾਲ 'ਚ ਹੁੰਦੀਆਂ ਸੀਗੀਆਂ ਹੁਣ ਜਾਂ 50 ਜਾਂ 40  'ਚ ਹੋਣ ਲੱਗੀਆਂ ਨੇ। ਤੇ ਇਹ ਕੁਛ ਐਕਸਟਰਾਆਰਡੀਨਰੀ ਉਸ ਤੋਂ ਵੀ ਯੰਗ ਬੱਚਿਆਂ 'ਚ ਹੋ ਰਹੀਆਂ ਨੇ। ਤਾਂ ਇਸ ਕਰਕੇ ਇਸ ਪ੍ਰੋਸਟੇਟ ਦੀ ਪ੍ਰੋਬਲਮ ਬਾਰੇ ਵੀ ਸੇਮ ਟਰੂ ਹੈ ਕਿ ਪ੍ਰੋਸਟੇਟ ਦੀ ਪ੍ਰੋਬਲਮ ਵੀ ਜਿਹੜੀ ਪਹਿਲਾਂ 60 ਸਾਲ ਤੋਂ ਉੱਪਰ ਸੀ, 60 ਸਾਲ ਤੋਂ ਪਹਿਲਾਂ ਮਤਲਬ ਸੁਣਦੇ ਨਹੀਂ ਸੀ ਹੁੰਦੇ ਵੀ ਕਿਸੇ ਦੇ ਪ੍ਰੋਸਟੇਟ ਦੀ ਸਰਜਰੀ ਹੋ ਗਈ। 60 ਪਲੱਸ ਹੁੰਦੇ ਸੀਗੇ ਬੰਦੇ ਜਿਹੜੇ ਪ੍ਰੋਸਟੇਟ ਦੀ ਸਰਜਰੀ ਕਰਾਉਂਦੇ ਸੀ। ਅੱਜ ਤੁਹਾਨੂੰ 40 ਤੇ ਆ ਕੇ ਬੰਦੇ ਆਉਣਾ ਸ਼ੁਰੂ ਹੋ ਗਏ ਤੁਹਾਡੇ ਕੋਲ ਵੀ ਸਾਡਾ ਤੀਜੇ ਖੜ ਗਿਆ ਕੰਮ। ਅੱਛਾ, ਚੀਜ਼ ਮੈਨੂੰ ਦੱਸੋ ਕਿ ਪ੍ਰੋਸਟੇਟ ਜਿਹੜਾ ਉਹਦੀ ਜਿਵੇਂ ਗ੍ਰੇਡ 1 ਗ੍ਰੇਡ 2 ਗ੍ਰੇਡ 3 ਇਸ ਤਰ੍ਹਾਂ ਦਾ ਤੁਸੀਂ ਦੱਸਿਆ ਹੈਗਾ, ਇਹਦੇ ਵਿੱਚ ਬੋਡੀ ਦੇ ਅੰਦਰ ਚੇਂਜਸ ਕਿਸ ਤਰੀਕੇ ਨਾਲ, ਹੁਣ ਗ੍ਰੇਡ 1 'ਚ ਕਿੱਦਾਂ ਆ ਗਿਆ, ਗ੍ਰੇਡ 2 'ਚ ਕਿੱਦਾਂ ਆ ਗਿਆ, ਗ੍ਰੇਡ 3 'ਚ ਕਿੱਦਾਂ ਆਏਗਾ, ਕਿਹੜੀ ਸਟੇਜ ਸਭ ਤੋਂ ਖਤਰਨਾਕ ਹੈ, ਚੇਂਜਸ ਕਿੱਦਾਂ ਆਉਂਦੇ ਨੇ, ਕਿਹੜੀ ਚੀਜ਼ ਸਭ ਤੋਂ ਖਤਰਨਾਕ ਹੈ, ਉਦੋਂ ਬਾਅਦ ਤਾਂ ਹੱਥੋਂ ਵੀ ਖੜੇ ਹੋ ਜਾਂਦੇ ਵੀ ਨਹੀਂ ਹੁਣ ਨਹੀਂ ਹੁੰਦਾ। ਨਹੀਂ, ਉਹ ਤਾਂ ਗ੍ਰੇਡ 1 ਦਾ ਮਤਲਬ ਹੈ ਵੀ ਉਹ ਇਲਾਜਮੈਂਟ ਆਈ ਹੈ ਕਿ ਸਿੰਪਟਮ ਕੋਈ ਹੈ ਨਹੀਂ ਗੇ, ਕੋਈ ਰੁਕਾਵਟ ਨਹੀਂ ਹੈ ਪਿਸ਼ਾਬ ਦੀ। ਗ੍ਰੇਡ 2 'ਚ ਗ੍ਰੇਡ 2 'ਚ ਵੇਟ ਵੀ ਦੇਖਦੇ ਹਾਂ, ਵੇਟ ਉਹਦਾ ਜੋ ਅਲਟਰਾਸਾਊਂਡ ਦੇ ਅੰਦਰ ਟੈਕਨੀਕ ਹੈ ਕਿ ਉਹ ਵੇਟ ਅਸੈਸ ਕਰ ਲੈਂਦੀ ਹੈ ਕਿ ਇਹਦਾ ਵੇਟ ਕਿੰਨਾ। ਤਾਂ ਜਿਹੜਾ ਨਾਰਮਲ ਵੇਟ ਹੈ ਉਹ ਨਾਰਮਲ ਵੇਟ ਤੋਂ ਜੇ ਥੋੜ੍ਹਾ ਵੱਧ ਜੇ ਤਾਂ ਉਹਨੂੰ ਐਗਜ਼ੈਕਟ ਫਿਗਰ ਯਾਦ ਨਹੀਂ ਹੈ, ਤਾਂ ਉਹ ਥੋੜ੍ਹਾ ਵੱਧ ਜੇ ਉਹਨੂੰ ਗ੍ਰੇਡ 1 ਕਹਿ ਦਿੰਦੇ, ਥੋੜ੍ਹਾ ਹੋਰ ਵੱਧ ਜੇ ਗ੍ਰੇਡ 2 ਕਹਿ ਦਿੰਦੇ, ਥੋੜ੍ਹਾ ਹੋਰ ਵੱਧ ਜੇ ਗ੍ਰੇਡ 3 ਕਹਿ ਦਿੰਦੇ। ਇੱਕਦਮ ਵੇਟ ਦੇ ਹਿਸਾਬ ਨਾਲ ਹੈ ਕਿ ਵੇਟ ਕਿੰਨਾ ਪ੍ਰੋਸਟੇਟ ਦਾ। ਦੂਜੀ ਗੱਲ ਉਹਦੀ ਰੁਕਾਵਟ ਕਿੰਨੀ ਹੈ, ਤੀਜੀ ਗੱਲ ਰੈਜ਼ੀਡੂਅਲ ਯੂਰਿਨ ਕਿੰਨਾ ਹੈ। ਇਹ ਸਾਰਿਆਂ ਨੂੰ ਰਲਾ ਕੇ ਗ੍ਰੇਡਿੰਗ ਕਰ ਦਿੰਦੇ ਆ ਗ੍ਰੇਡ 1 ਗ੍ਰੇਡ 2 ਗ੍ਰੇਡ 3। ਪਰ ਗ੍ਰੇਡਿੰਗ ਦਾ ਮੈਂ ਸਮਝਦਾ ਕਿ ਗ੍ਰੇਡਿੰਗ ਕੋਈ ਐਡੀ ਫੁੱਲ ਪ੍ਰੂਫ ਨਹੀਂ ਹੈਗੀ, ਤਾਂ ਗ੍ਰੇਡਿੰਗ 'ਤੇ ਜਾਣਾ ਵੀ ਨਹੀਂ ਚਾਹੀਦਾ। ਆਪਾਂ ਸਿੰਪਟਮ ਦੇਖੋ ਕਿ ਉਸ ਵਿਅਕਤੀ ਨੂੰ ਸਿੰਪਟਮ ਕਿੰਨੇ ਆ ਅਤੇ ਉਹਨੂੰ ਲੋੜ ਕਿੰਨੀ ਹੈ। ਜਿੰਨੀ ਕੁ ਲੋੜ ਹੈ ਉਨੀ ਕੁ ਉਹਦੀ ਟਰੀਟਮੈਂਟ ਕਰੋ। ਜੇ ਬੰਦੇ ਦਾ ਇਕੱਲੀ ਡਾਈਟ ਨਾਲ ਸਰਦਾ, ਡਾਈਟ ਨਾਲ ਸਾਰੋ। ਕੱਲਾ ਨਾਲ ਕੋਈ ਹਰਬਲ ਪਲਾਂਟਸ ਮੈਡੀਸਨਲ ਪਲਾਂਟ ਨਾਲ ਸਰਦਾ, ਮੈਡੀਸਨਲ ਪਲਾਂਟਸ ਨਾਲ ਸਾਰੋ। ਕੋਈ ਹਰਬਲ ਦਵਾਈ ਦੇਣ ਦੀ ਲੋੜ ਪੈਂਦੀ ਹੈ, ਹਰਬਲ ਵੀ ਹੋਮੋਪੈਥੀ ਵਾਲੇ ਵੀ ਬਹੁਤ ਕਲੇਮ ਕਰਦੇ ਆ। ਸੋ ਪ੍ਰੋਸਟੇਟ ਇੱਕ ਇਹੋ ਜਿਹੀ ਬਿਮਾਰੀ ਹੈ ਜਿਹ 'ਚ ਹਰ ਸਿਸਟਮ ਕਲੇਮ ਕਰਦਾ ਕਿ ਸਾਡੇ ਕੋਲ ਇਲਾਜ ਹੈ। ਯੋਗਾ ਵਾਲਾ ਕਲੇਮ ਕਰਦਾ, ਬਾਬਾ ਰਾਮਦੇਵ ਬਹੁਤ ਕਹਿੰਦਾ ਵੀ ਪ੍ਰੋਸਟੇਟ ਦਾ ਮੇਰਾ ਇਲਾਜ ਮੇਰੇ ਕੋਲ ਇਕੱਲਾ ਯੋਗਾ ਨਾਲ ਹੈ। ਪ੍ਰਾਣਾਯਾਮ ਕਰਨ ਵਾਲੇ ਬੰਦੇ ਨੂੰ ਪ੍ਰੋਸਟੇਟ ਨਹੀਂ ਹੁੰਦਾ। ਹੋਮੋਪੈਥੀ ਵਾਲੇ ਕਹਿੰਦੇ ਸਾਡੇ ਕੋਲ ਹੈਗਾ, ਉਹ ਪੇਟੈਂਟ ਹੋਮੋਪੈਥੀ ਵੀ ਕਹਿੰਦੀ ਹੈ, ਦੂਜੀਆਂ ਹੋਮੋਪੈਥੀ ਵੀ ਕਹਿੰਦੀਆਂ। ਫਿਰ ਹਰਬਲ ਵਾਲੇ ਕਹਿੰਦੇ ਸਾਡੇ ਕੋਲ ਬਹੁਤ ਇਲਾਜ ਵਧੀਆ ਹੈਗਾ। ਐਕੂਪ੍ਰੈਸ਼ਰ ਵਾਲੇ ਆਪਣਾ ਕਹਿੰਦੇ ਆ। ਤਾਂ ਸਾਰੇ ਸਿਸਟਮ ਹੀ ਲਗਭਗ ਪ੍ਰੋਸਟੇਟ ਦੇ ਬਾਰੇ ਆਪਣੇ ਜਿਹੜੀ ਪੈਥੀ ਦੀ ਅੱਛਾਈ ਗਿਣਾਉਂਦੇ ਆ। ਔਰ
ਉਹ ਠੀਕ ਆ ਸ਼ਾਈ, ਉਹ ਗਲਤ ਵੀ ਨਹੀਂ ਹੈ। ਸਾਰੇ ਸਿਸਟਮਾਂ 'ਚ ਹੀ ਕੁਛ ਹੈਲਪ ਹੁੰਦੀ ਹੈ। ਕੋਈ ਸਾਰੀਆਂ ਪੈਥੀਜ਼ ਬਿਊਟੀਫੁਲ ਨੇ। ਸਾਰਿਆਂ ਪੈਥੀਜ਼ ਨੇ ਕੀ ਕਰਨਾ, ਬਾਡੀ ਨੂੰ ਹੈਲਪ ਕਰਨੀ ਹੈ। ਬਾਡੀ ਨੂੰ ਹੈਲਪ ਕਰਨੀ ਹੈ ਕਿ ਉਹ ਆਪਣੇ ਆਪ ਨੂੰ ਠੀਕ ਕਰ ਲਵੇ। ਤੇ ਹੁਣ ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਆ ਗਈਆਂ ਨੇ, ਐਲੋਪੈਥੀ ਦਵਾਈ 'ਚ ਵੀ ਇੱਦਾਂ ਆ ਗਿਆ ਕਿ ਉਹ ਜਿਹੜਾ ਪ੍ਰੋਸਟੇਟ ਹੈ, ਉਹ ਜਿਹੜਾ ਇੱਕ ਤਾਂ ਉਹਦੇ 'ਚ ਆ ਗਿਆ ਕਿ ਯੂਰਿਨਰੀ ਬਲੈਡਰ ਦੀ ਜਿਹੜੀ ਕੈਪੈਸਿਟੀ ਹੈ ਉਹ ਵੱਧ ਜਾਂਦੀ ਥੋੜ੍ਹੀ ਜਿਹੀ ਪਿਸ਼ਾਬ ਹੋਲਡ ਕਰਨ ਦੀ। ਦੂਜੀ ਗੱਲ ਹੈ ਜਿਹੜਾ ਉੱਥੇ ਜਿਹੜਾ ਤੁਸੀਂ ਕਹਿੰਦੇ ਸੀਗੇ ਉਹ ਵੈਲਵ ਸਫਿੰਕਟਰ ਹੈ, ਉਹ ਸਫਿੰਕਟਰ ਵੀ ਲੂਜ਼ ਹੋ ਜਾਂਦਾ। ਉਹ ਸਫਿੰਕਟਰ ਇਹਨਾਂ ਦਾ ਟਾਈਟ ਹੋਊਗਾ ਤਾਂ ਰੁਕਾਵਟ ਜ਼ਿਆਦਾ ਹੋਊਗੀ, ਉਹ ਦਵਾਈ ਨਾਲ ਸਫਿੰਕਟਰ ਲੂਜ਼ ਹੋਣ ਲੱਗ ਜਾਂਦਾ। ਤਾਂ ਬਹੁਤ ਸਾਰੀਆਂ ਦਵਾਈਆਂ ਐਲੋਪੈਥਿਕ ਦੀਆਂ ਆ ਗਈਆਂ। ਸੋ ਇਸ ਕਰਕੇ ਆਪਣੀ ਚੋਇਸ ਦੇ ਹਿਸਾਬ ਨਾਲ, ਆਪਣੇ ਪਸੰਦ ਨਾਪਸੰਦ ਦੇ ਹਿਸਾਬ ਨਾਲ ਹੋਮਿਓਪੈਥੀ ਜਾਂ ਆਯੁਰਵੈਦਿਕ ਜਾਂ ਯੋਗਾ ਜਾਂ ਐਲੋਪੈਥੀ ਲੈਣੀ ਚਾਹੀਦੀ ਹੈ। ਅਤੇ ਉਹਦੇ ਨਾਲ ਐਲੋਪੈਥੀ ਲਾਸਟ ਹੀ ਲੈਣੀ ਚਾਹੀਦੀ ਹੈ, ਕਿਉਂਕਿ ਐਲੋਪੈਥੀ ਦਵਾਈਆਂ ਦੇ ਸਾਈਡ ਇਫੈਕਟਸ ਨੇ ਜਿਹੜੇ ਹੋਮਿਓਪੈਥੀ ਦੇ ਜਾਂ ਯੋਗਾ ਦੇ ਜਾਂ ਆਯੁਰਵੈਦਿਕ ਦਵਾਈਆਂ ਦੇ ਸਾਈਡ ਇਫੈਕਟਸ ਨਾ ਮਾਤਰ ਨੇ ਜਾਂ ਨਹੀਂ ਹੈ। ਜਿਵੇਂ ਅਨਾਜ ਨੇ, ਸਭ ਤੋਂ ਮੇਨ ਗੱਲ ਹੈ ਕਿ ਡਾਕਟਰ ਖਾਦਰ ਵਲੀ ਕਹਿੰਦੇ ਨੇ, ਤਾਂ ਤੁਸੀਂ ਵੀ ਇਸ ਅਨਾਜਾਂ ਨੂੰ ਰਿਕਮੈਂਡ ਕਰਦੇ ਹੋਗੇ ਹੋ। ਕਿਹੜਾ ਅਨਾਜ ਜਿਹੜੇ ਆਪਾਂ 5 ਮਿਲਟਸ ਜਿਹੜੇ ਕਿਹੜੇ ਅਨਾਜ ਦੇ ਨਾਲ ਆਪਾਂ ਪ੍ਰੋਸਟੇਟ ਵੀ ਠੀਕ ਕਰ ਸਕਦੇ? ਵੈਸੇ ਤਾਂ ਅਨਾਜ ਅਸੀਂ ਸਾਰੇ ਹੀ ਕਹਿੰਦੇ ਹਾਂ, ਪਰ ਕੁਟਕੀ ਹੈ ਉਹ ਜ਼ਿਆਦਾ ਇਹਦੇ ਇਫੈਕਟਿਵ ਹੈ ਇਹੋ ਜਿਹੀ ਬਿਮਾਰੀਆਂ ਲਈ। ਬਿਲਕੁਲ ਲਿਟਲ ਮਿਲਟ ਕਹਿੰਦੇ ਉਹ ਤਾਂ ਖਾਣ, ਜਿਵੇਂ ਆਪਾਂ ਚੌਲ ਖਾਂਦੇ ਹਾਂ, ਰੋਟੀ ਖਾਂਦੇ ਹਾਂ। ਕਿੰਨੇ ਦਿਨ ਉਹ 3 ਦਿਨ ਲੈ ਲੈਣੇ, ਬਾਕੀ 1 ਦਿਨ ਕਰ ਦਿੰਦੇ ਹਾਂ ਬਸ। ਓਕੇ, ਉਥੋਂ ਦਿਨਾਂ ਦਾ ਫਰਕ ਪਾ ਲੈਣਾ, ਕਿਉਂਕਿ ਅਸੀਂ ਕਹਿੰਦੇ ਹਾਂ 5 ਮਿਲਟ ਖਾਣੇ, ਕੋਈ ਬਾਡੀ ਬੈਲੈਂਸਡ ਹੈ ਨਾ। ਬਾਡੀ ਦੇ ਵਿੱਚ ਸਾਰਾ ਚੀਜ਼ਾਂ ਦਾ ਬੈਲੈਂਸ ਹੈ, ਸਾਰੇ ਅੰਗਾਂ ਦਾ ਬੈਲੈਂਸ ਹੈ। ਕੋਈ ਮਿਲਟ ਕਿਸੇ ਅੰਗ ਲਈ ਹੈ, ਕੋਈ ਮਿਲਟ ਕਿਸੇ ਅੰਗ ਲਈ ਹੈ, ਲੇਕਿਨ ਬਾਡੀ ਤਾਂ ਐਜ਼ ਏ ਹੋਲ ਆਪਰੇਟ ਕਰਦੀ ਨਾ। ਜੇ ਬਾਡੀ ਐਜ਼ ਏ ਹੋਲ ਆਪਰੇਟ ਕਰਦੀ ਹੈ ਤਾਂ ਬਾਕੀ ਵੀ ਨਾਲ ਦੇਣੇ ਆ, ਬਸ ਉਹ ਵਾਲਾ ਜਿਹੜਾ ਥੋੜ੍ਹਾ ਜ਼ਿਆਦਾ ਦੇਣਾ। ਅਤੇ ਅਸੀਂ ਕਰਦੇ ਹਾਂ ਕਿ ਜਿਹੜਾ ਮਿਲਟ ਸਪੈਸੀਫਿਕਲੀ ਇੰਡੀਕੇਟਡ ਹੈ ਉਹ 3 ਦਿਨ ਹੋ ਗਿਆ, ਬਾਕੀ 1 ਦਿਨ ਹੋ ਗਏ। ਕਾੜੇ ਵੀ ਇਹਦੇ ਲਈ ਬਹੁਤ ਅੱਛੇ ਨੇ। ਕਾੜੇ ਤੁਹਾਡੇ ਜਿਹੜੇ ਹੈਗੇ ਨੇ ਪ੍ਰੋਸਟੇਟ ਲਈ, ਉਹਦੇ 'ਚੋਂ ਆ ਗਿਆ ਤੁਹਾਡਾ ਜੀਰਾ ਹੈ, ਮੇਥੀ ਹੈ, ਤੁਹਾਡਾ ਪੁਨਰਨਵਾ ਹੈ, ਹਾਰ ਸ਼ਿੰਗਾਰ ਵੀ ਹੈ। तो बहुत सारे काढ़े ਜਿਹੜੇ ਨੇ ਉਹ ਇਫੈਕਟਿਵ ਨੇ। ਕਾੜੇ ਇਫੈਕਟਿਵ ਨੇ। ਤੁਲਸੀ ਵੀ ਚਲੇਗੀ? ਤੁਲਸੀ ਵੀ ਸ਼ਾਇਦ ਹੋਵੇ, ਮੈਨੂੰ ਯਾਦ ਨਹੀਂ ਹੁਣ ਜਵਾਨੀ। ਤੋ ਕਾੜੇ ਦੀ ਸਾਡੇ ਕੋਲ ਲਿਸਟ ਬਣੀ ਹੋਈ ਹੈ, ਕਾੜਿਆਂ ਦੀ ਸਪੈਸੀਫਿਕ ਲਿਸਟ ਬਣੀ ਹੋਈ, ਦੇਖੀ ਵੀ ਹੋਣੀ ਹੈ। ਤੋ ਕਾੜਿਆਂ ਦੀ ਹਰ ਬਿਮਾਰੀ ਡਿਜ਼ੀਜ਼ ਵਾਈਜ਼ ਲਿਸਟ ਵੀ ਹੈਗੀ ਆ। ਲੇਕਿਨ ਆਪਾਂ ਨੂੰ ਜਦੋਂ ਕਾੜਿਆਂ ਦੀ ਆਪਾਂ ਗੱਲ ਕਰਦੇ ਨਾ, ਕਾੜਿਆਂ ਦੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਬਿਮਾਰੀਆਂ ਨਾਲ ਜੋੜ ਲਏ ਹਾਂ, ਲੇਕਿਨ ਕਾੜੇ ਵੀ ਮਲਟੀਪਲ ਗੁਣਾਂ ਵਾਲੇ ਹੁੰਦੇ ਆ। ਫੋਰ ਐਗਜ਼ਾਮਪਲ ਗਲੋ ਹੈ, ਉਹ ਗਲੋ ਇਕੱਲੀ ਕੋਈ ਡੇਂਗੂ ਠੀਕ ਕਰਨ ਲਈ ਥੋੜ੍ਹਾ ਹੈ। ਗਲੋ ਦੀ ਤਾਂ 100 ਗੁਣ ਨੇ ਗਲੋ 'ਚ। ਜੇ ਤੁਸੀਂ ਗਲੋ ਦੀ ਲਿਸਟ ਪੜ੍ਹੋ ਵੀ ਗਲੋ 'ਚ ਕਿਹੜੇ ਗੁਣ ਨੇ, ਤਾਂ ਮੈਨੂੰ ਲੱਗਦਾ ਕੋਈ ਬਿਮਾਰੀ ਬਚਦੀ ਨਹੀਂ ਹੈ ਵੀ ਇਕੱਲਾ ਗਲੋ ਹੀ ਇਫੈਕਟਿਵ ਹੈ। ਤਾਂ ਕੁਛ ਇੱਦਾਂ ਦੀ ਹਰਬ ਜਿਹੜੀਆਂ ਕਿ ਮਲਟੀਪਲ ਗੁਣ ਵਾਲੀਆਂ ਹੁੰਦੀਆਂ ਨੇ, ਤਾਂ ਮੋਸਟਲੀ ਹਰਬ ਮਲਟੀਪਲ ਗੁਣਾਂ ਵਾਲੀਆਂ ਹੁੰਦੀਆਂ ਨੇ। ਇਸ ਕਰਕੇ ਆਪਾਂ ਦੇਖਦੇ ਹਾਂ ਕਿ ਕਿਹੜੀ ਬਿਮਾਰੀ 'ਚ ਆਪਾਂ ਨੂੰ ਜ਼ਿਆਦਾ ਯੂਜ਼ਫੁਲ ਹੈ ਤਾਂ ਉਹਦਾ ਨਾਂ ਲੈ ਦਿੰਦੇ ਹਾਂ। ਪਰ ਹਰਬ ਬਾਰੇ ਇੱਦਾਂ ਨਹੀਂ ਹੁੰਦਾ। ਹਰਬ ਜਿਹੜੀਆਂ ਓਵਰਆਲ ਹੈਲਥ ਵਾਸਤੇ ਹੁੰਦੀਆਂ ਨੇ। ਫਿਰ ਇੱਕ ਹੋਰ ਦੱਸੋ ਵੀ ਹੁਣ ਖਾਣਾ ਕੀ ਬੰਦ ਕਰੇ ਬੰਦਾ? ਇਹੋ ਜਿਹੀ ਕੀ ਖਾ ਰਿਹਾ ਜਿਹੜਾ ਕਿ ਪ੍ਰੋਸਟੇਟ ਦੀ ਪ੍ਰੋਬਲਮ ਆ ਰਹੀ? ਉਹ ਤਾਂ ਜਿਹੜੀ ਆਪਾਂ ਯੂਜੂਅਲ ਚੀਜ਼ਾਂ ਕਹਿੰਦੇ ਹਾਂ ਕਿ ਜਿਹੜਾ ਖਾਣ ਪੀਣ ਦੇ ਅੰਦਰ ਤੁਹਾਡਾ ਜਿਹੜਾ ਬਾਡੀ ਨੂੰ ਬਾਕੀ ਨੂੰ ਏਜਿੰਗ ਪ੍ਰੋਸੈਸ ਨੂੰ ਫਾਸਟ ਕਰਦਾ, ਉਹੀ ਪ੍ਰੋਸਟੇਟ ਨੂੰ ਕਰਦਾ। ਜਿਵੇਂ ਐਨੀਮਲ ਫੂਡ ਹੈ। ਐਨੀਮਲ ਫੂਡ ਹੈ ਸਭ ਤੋਂ ਪਹਿਲਾਂ ਤਾਂ ਐਨੀਮਲ ਫੂਡ। ਐਕਸੈਸਿਵ ਪ੍ਰੋਟੀਨਸ ਨਹੀਂ ਖਾਣੇ ਚਾਹੀਦੇ। ਐਕਸੈਸਿਵ ਪ੍ਰੋਟੀਨ ਜਿਹੜੇ ਖਰਾਬ ਕਰਦੇ ਆ। ਤੁਹਾਡਾ ਦੁੱਧ ਆ ਗਿਆ, ਨੌਨ ਵੈਜ ਆ ਗਿਆ, ਉਹ ਆ ਗਿਆ, ਤੁਹਾਡੀ ਕਣਕ ਆ ਗਈ, ਚੌਲ, ਫਿਰ ਵਾਈਟ ਰਾਈਸ ਆ ਗਏ, ਤੁਹਾਡਾ ਇੰਡਸਟਰੀਅਲ ਫੂਡ ਆ ਗਿਆ ਸਾਰਾ। ਫਾਸਟ ਫੂਡ ਅਤੇ ਇੰਡਸਟਰੀਅਲ ਫੂਡ ਆ ਗਏ ਸਾਰੇ। ਕੋਲਡ ਡਰਿੰਕ, ਹਾਈ ਸ਼ੂਗਰੀ ਫੂਡਸ, ਕਿਉਂਕਿ ਪ੍ਰੋਸਟੇਟ ਵੀ ਉਹਨਾਂ ਲੋਕਾਂ ਦਾ ਜ਼ਿਆਦਾ ਜਲਦੀ ਵੱਧਦਾ ਜਿਹਨਾਂ ਨੂੰ ਬਾਕੀਆਂ ਬਿਮਾਰੀਆਂ ਨਾਲ ਨੇ। ਮਤਲਬ ਸ਼ੂਗਰ ਵੀ ਹੈ, BP ਵੀ ਹੈ, ਹੋਰ ਵੀ ਕੋਈ, ਤਾਂ ਉਹਨਾਂ ਦੇ ਲੋਕਾਂ ਦਾ ਪ੍ਰੋਸਟੇਟ ਵੀ ਜਲਦੀ ਵੱਧ ਜਾਂਦਾ, ਕਿਉਂਕਿ ਉਹ ਬਾਡੀ ਵੀਕ ਹੋ ਜਾਂਦੀ ਹੈ। ਜਦ ਤੱਕ ਬਾਡੀ 'ਚ ਜਾਨ ਹੈ, ਜਦ ਤੱਕ ਬਾਡੀ ਹੈਲਦੀ ਹੈ। ਆਪਾਂ ਇੱਕ ਗੱਲ ਜਨਰਲੀ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਹੈਲਦੀ ਬਾਡੀ ਦਾ ਜਿਹੜੀ ਹੈਲਦੀ ਬਾਡੀ, ਸਟਰਡੀ ਬਾਡੀ, ਤਕੜੀ ਬਾਡੀ ਜਿਹੜੀ ਹੈ, ਉਹ ਸਾਰੀਆਂ ਬਿਮਾਰੀਆਂ ਨਾਲ ਲੜ ਲੈਂਦੀ ਹੈ। ਸਣੇ ਪ੍ਰੋਸਟੇਟ ਉਹ ਤੁਹਾਨੂੰ ਡਿਸਟਰਬ ਨਹੀਂ ਹੋਣ ਦੇਗੀ। ਜੇ ਤੁਹਾਡੀ ਬਾਕੀ ਬਾਡੀ ਤੰਦਰੁਸਤ ਹੈ ਤਾਂ ਤੁਹਾਨੂੰ ਕੋਈ ਵੀ ਬਿਮਾਰੀ ਡਿਸਟਰਬ ਨਹੀਂ ਕਰ ਸਕਦੀ। ਲੇਕਿਨ ਜਦੋਂ ਤੁਸੀਂ ਬਾਕੀ ਬਿਮਾਰੀਆਂ, ਹੈਲਥ ਥੋੜ੍ਹੀ ਡਾਊਨ ਹੈ, ਤੁਹਾਡੀ ਜਿਹੜੀ ਸਰੀਰ ਦੀ ਜਿਹਨੂੰ ਕਹਿੰਦੇ ਆ ਜੀਵਨੀ ਸ਼ਕਤੀ ਹੈ, ਤੁਹਾਡੇ ਅੰਦਰ ਜਿਹੜੀ ਲਿਵਿੰਗਨੈਸ ਹੈ ਉਹ ਵੀਕ ਹੋ ਗਈ। ਉਹਨੂੰ ਤੁਸੀਂ ਇਮਿਊਨਿਟੀ ਕਹਿ ਲਓ, ਲਿਵਿੰਗਨੈਸ ਕਹਿ ਲਓ, ਉਹਨੂੰ ਲੜਨ ਸ਼ਕਤੀ ਕਹਿ ਲਓ। ਉਹਦੇ ਅੰਦਰ ਜਿਹੜਾ ਮਤਲਬ ਜਿਹਨੂੰ ਕਹਿੰਦੇ ਜੀਵਨ ਦਾ ਪੱਧਰ ਕੀ ਹੈ ਤੁਹਾਡਾ, ਕਿੰਨੇ ਤੁਸੀਂ ਉਹ ਐਨਰਜੈਟਿਕ ਹੋ, ਅਤੇ ਉਹ ਸਾਰਾ ਜਿਹੜਾ ਹੈ ਹੈਲਥਫੁਲਨੈਸ ਅੰਗਰੇਜ਼ੀ ਕਹਿੰਦੇ ਆ। ਤਾਂ ਤੁਹਾਡੀ ਹੈਲਥ 'ਤੇ ਡਿਪੈਂਡ ਕਰਦਾ ਹੈ ਕਿ ਹੈਲਥ ਤੁਹਾਡੀ ਜੇ ਚੰਗੀ ਹੈ
ਤਾਂ ਜਿਹੜੀ ਜਿੰਨੀਆਂ ਇਹ ਬਿਮਾਰੀਆਂ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਏਜ ਰਿਲੇਟਡ ਡਿਜ਼ੀਜ਼ਸ, ਏਜ ਰਿਲੇਟਡ ਡਿਜ਼ੀਜ਼ ਹੁੰਦੀਆਂ ਨਾ ਕਿ ਉਮਰ ਦੇ ਹਿਸਾਬ ਨਾਲ ਉਹਨੇ ਆਉਣਾ ਹੈ, ਪਰ ਕਦੋਂ ਆਉਣਾ ਇਹ ਇੰਪੋਰਟੈਂਟ ਹੈ। ਕੋਈ ਬਿਮਾਰੀ 100 ਸਾਲ ਤੋਂ ਬਾਅਦ ਆ ਗਈ ਤਾਂ ਅਸੀਂ ਕਹਿੰਦੇ ਕੋਈ ਗੱਲ ਨਹੀਂ, ਆਉਣੀ ਹੀ ਸੀ ਬਿਮਾਰੀ, ਪਰ ਜੇ ਉਹ ਬੰਦੇ ਦੀ 60 ਸਾਲ ਜਾਂ 50 ਸਾਲ ਜਾ ਗਈ ਫਿਰ ਨਹੀਂ ਕਹਿੰਦੇ ਨਹੀਂ ਕਿ ਇਹ ਗਲਤ ਹੋ ਗਿਆ। ਪਰ ਇੱਕ ਹੋਰ ਵੀ ਹੈ ਨਾ ਡਾਕਟਰ ਸਾਹਿਬ, ਬੰਦੇ ਦੀ ਏਜ ਹੋ ਗਈ, ਬਿਮਾਰੀ ਆ ਗਈ, ਫਿਰ ਕੀ ਉਹ ਹਾਰ ਕੇ ਬੈਠ ਜਾਏ ਵੀ ਮੇਰੀ ਤਾਂ ਆ ਗਈ ਏਜ ਹੋ ਗਈ, ਹੁਣ ਆ ਗਈ ਕਿ ਵੀ ਹੁਣ ਨਹੀਂ ਮੈਨੂੰ ਬੜੀ ਅੰਦਰ ਮੇਰੇ ਸਵਾਲ ਇਹ ਹੈ ਕਿ ਕਿਹੜੀ ਏਜ ਦੇ ਵਿੱਚ ਜਾ ਕੇ ਪ੍ਰੋਸਟੇਟ, ਖਾਸ ਕਰਕੇ ਇਸੇ 'ਤੇ ਡਿਸਕਸ ਕਰ ਰਹੇ ਹਾਂ ਨਾ ਕਿ ਪ੍ਰੋਸਟੇਟ ਜਿਹੜਾ ਆ ਗਿਆ ਬੰਦੇ ਦੇ ਬੋਡੀ ਦੇ ਵਿੱਚ, ਤੁਸੀਂ ਆਪਾਂ ਗੱਲ ਕੀਤੀ ਵੀ ਪਹਿਲਾਂ 60 ਸਾਲ ਦੇ ਹੁੰਦਾ ਸੀ, ਹੁਣ 40 ਸਾਲ ਤੋਂ ਬਾਅਦ ਆਉਣ ਲੱਗ ਪਿਆ, ਆਪਾਂ 60 ਸਾਲ ਦੇ ਹੀ ਮੰਨ ਲੈਂਦੇ ਹਾਂ। 60 ਸਾਲ ਤੋਂ ਬਾਅਦ ਬੰਦੇ ਦੀ ਬੋਡੀ ਦੇ ਵਿੱਚ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਤਾਂ ਕੀ ਉਹਨੂੰ ਇਹ ਸੋਚ ਲੈਣਾ ਚਾਹੀਦਾ ਵੀ ਹੁਣ ਮੇਰੀ ਬੋਡੀ ਦੇ ਅੰਦਰ ਪ੍ਰੋਸਟੇਟ ਆ ਗਿਆ, ਕਦੋਂ ਕਿਹੜੀ ਏਜ ਦੇ ਵਿੱਚ ਜਾ ਕੇ ਪ੍ਰੋਸਟੇਟ ਰਿਵਰਸ ਹੋ ਹੀ ਨਹੀਂ ਸਕਦਾ, ਉਹਦੇ 'ਚ ਬਹੁਤਾ ਮੱਥਾ ਮਾਰਨ ਦੀ ਲੋੜ ਨਹੀਂ ਹੈ। ਨਹੀਂ ਐਸਾ ਕੁਲਵੰਤ ਜੀ ਇੱਦਾਂ ਨਹੀਂ ਹੁੰਦਾ। ਤੁਹਾਨੂੰ 100 ਸਾਲ ਦੇ ਬੰਦੇ ਮਿਲ ਜਾਣਗੇ ਜਿਨ੍ਹਾਂ ਨੇ ਬਾਡੀ ਨੂੰ ਟੱਚ ਹੀ ਨਹੀਂ ਕਰ ਸਕਦੇ, ਪਰ ਆ ਗਿਆ, ਮੈਂ ਇਹ ਕਹਿ ਰਿਹਾ ਜੋ ਆ ਗਈ ਤਾਂ ਰਿਵਰਸ ਕਰਨੀ ਗੱਲ ਕਰ। ਨਹੀਂ ਆਗੇ ਦੀ ਵੀ ਕੋਈ ਲਿਮਿਟ ਨਹੀਂ ਨਾ, ਆਗੇ ਤਾਂ ਇੱਕ ਕੁਆਂਟੀਟੇਟਿਵ ਹੈ ਨਾ ਕਿ ਇੰਨੀ ਕੁ ਆਈ ਹੈ, ਉਹ ਮੰਨ ਲਓ ਤੁਸੀਂ ਮੈਨੇਜ ਠੀਕ ਕਰ ਲਈ ਤਾਂ ਉੱਥੇ ਖੜ ਜਾਊਗੀ ਜਾਂ ਥੋੜੀ ਬੈਕ ਹੋ ਜਾਊਗੀ, ਤੁਹਾਡਾ ਕੰਮ ਚੱਲੀ ਜਾਊਗਾ। ਸਵਾਲ ਤਾਂ ਤੁਹਾਡਾ ਫੰਕਸ਼ਨ ਡਿਸਟਰਬ ਨਾ ਹੋਵੇ। ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਉਹ ਪਬਲਿਕ ਦੇ ਜਿਹੜੇ ਮਨ ਹਾਰ ਕੇ ਬੈਠੇ ਨੇ, ਮੈਂ ਉਹਨਾਂ ਵਾਸਤੇ ਇਹ ਸਵਾਲ ਪੁੱਛਿਆ ਕਿ ਮੰਨ ਲਓ ਕਿ 70 ਸਾਲ ਦਾ ਬੰਦਾ, ਉਹਨੂੰ ਪ੍ਰੋਸਟੇਟ ਹੋ ਗਿਆ, ਉਹ ਮਨ ਹਾਰ ਕੇ ਬੈਠ ਗਿਆ ਯਾਰ ਹੁਣ ਮੈਂ ਤਾਂ ਬਜ਼ੁਰਗ ਹੋ ਗਿਆ, ਹੁਣ ਮੇਰਾ ਤਾਂ ਇਹ ਹੋਣਾ ਹੀ ਸੀ, ਇਹ ਹੁਣ ਹੋ ਤਾਂ ਸਕਦਾ ਨਹੀਂ ਠੀਕ, ਚੱਲ ਸਰਜਰੀ ਕਰਾ ਲੈਂਦੇ ਹਾਂ, ਪਰ ਕੀ ਉਹ ਵੀ ਠੀਕ ਹੋ ਸਕਦਾ? ਮੈਂ ਇਹ ਸਵਾਲ ਪੁੱਛ ਰਿਹਾ। ਨਹੀਂ ਬਿਲਕੁਲ ਹੀ ਕੋਈ ਦੇਖੋ, ਸਰੀਰ ਇੱਕ ਐਸੀ ਕੁਦਰਤ ਦਾ ਕ੍ਰਿਸ਼ਮਾ ਹੈ ਕਿ ਇਹਦੇ ਅੰਦਰ ਆਪਣੇ ਆਪ ਨੂੰ ਰਿਪੇਅਰ ਕਰਨ ਦੀ ਤੇ ਹੀਲ ਕਰਨ ਦੀ ਤੇ ਰੀਜਨਰੇਟ ਕਰਨ ਦੀ ਬਹੁਤ ਕੈਪੈਸਿਟੀ ਹੈ ਕਿਸੇ ਵੀ ਉਮਰ 'ਚ। ਇਹ ਸਭ ਤੋਂ ਵੱਡੀ ਹਾਂ, ਉਮਰ 'ਚ ਚਾਹੇ ਤੁਸੀਂ 70 ਤੁਸੀਂ ਦੇਖੋ 70 ਸਾਲ ਦੀ ਉਮਰ 'ਚ ਤੁਸੀਂ ਡੰਬਲ ਕਰਕੇ ਦੇਖੋ, ਵੇਟ ਲਿਫਟਿੰਗ ਕਰਕੇ ਦੇਖੋ, ਤੁਹਾਡੇ ਮਸਲ ਫਿਰ ਵੀ ਬਣ ਜਾਣਗੇ, ਲੇਕਿਨ ਉਸ ਸਪੀਡ 'ਚ ਨਹੀਂ ਬਣਨਗੇ। ਜਿਸ ਸਪੀਡ 'ਚ ਇੱਕ 20 ਸਾਲ ਦੇ ਬੱਚੇ ਦੇ ਮਸਲ ਬਣਨਗੇ ਉਸ ਸਪੀਡ 'ਚ ਨਹੀਂ ਬਣਨਗੇ, ਲੇਕਿਨ ਫਿਰ ਵੀ ਬਣਨਗੇ। ਤਾਂ ਇਸ ਕਰਕੇ ਹਾਰ ਮੰਨਣ ਦਾ ਤਾਂ ਮਤਲਬ ਹੀ ਨਹੀਂ ਕੋਈ, ਕਿਸੇ ਵੀ ਉਮਰ ਦੇ ਵਿੱਚ ਕੋਈ ਹਾਰ ਮੰਨਣ ਵਾਲੀ ਗੱਲ ਨਹੀਂ ਹੁੰਦੀ। ਹਰ ਉਮਰ ਜਿਹੜੀ ਹੈ, ਕਿਉਂਕਿ ਇਹ ਪਤਾ ਨਹੀਂ ਨਾ ਕਿ ਉਸ ਬੰਦੇ ਦੀ ਜਿਹੜਾ ਅੰਦਰਲਾ ਸਿਸਟਮ ਹੈ ਉਹ ਟੋਟਲ ਉਹਦੇ ਅੰਦਰ ਜਿਹੜੀ ਜੈਨੇਟਿਕ ਉਹਦੀ ਕੋਡਿੰਗ ਹੈ ਜੋ ਉਹਦੇ ਅੰਦਰ ਉਹ ਕਿੰਨੀ ਹੈ। ਇਹ ਕੋਈ ਜਿਹਾ ਬੰਦਾ ਅੱਜ ਤੱਕ ਸਾਇੰਸ ਜੱਜ ਨਹੀਂ ਕਰ ਸਕਦੀ। ਕੋਈ ਬੰਦਾ ਹੋ ਸਕਦਾ 100 ਸਾਲ ਦੀ ਉਹਦੀ ਜੈਨੇਟਿਕ ਕੋਡਿੰਗ ਚੱਲ ਰਹੀ ਹੈ, ਤੁਸੀਂ ਕਿਵੇਂ ਕਹਿ ਸਕਦੇ ਹੋ 70 ਸਾਲ ਦੇ 80 ਸਾਲ ਤੇ ਵੀ ਉਹ ਬੰਦਾ ਹਾਰ ਗਿਆ। ਸੋ ਇਸ ਕਰਕੇ ਇਹ ਕਦੀ ਵੀ ਬੇਆਸ ਹੋਣ ਵਾਲੀ ਗੱਲ ਨਹੀਂ ਹੁੰਦੀ, ਚਾਹੇ ਕੋਈ ਵੀ ਉਮਰ ਹੋਵੇ, ਕਿ ਹੁਣ ਮੈਂ ਰਿਵਰਸ ਨਹੀਂ ਕਰ ਸਕਦਾ। ਸੋ ਰਿਵਰਸ ਕਰਨ ਦੀ ਜਿਹੜੇ ਮੈਥਡ ਨੇ ਉਹ ਸਾਨੂੰ ਪਤਾ ਹੋਣੇ ਚਾਹੀਦੇ ਆ। ਰਿਵਰਸੇਬਲ ਹੈ, ਸਾਰੀਆਂ ਬਿਮਾਰੀਆਂ ਰਿਵਰਸੇਬਲ ਨੇ। ਆਲ ਡਿਜ਼ੀਜ਼ਸ ਜਿਨ੍ਹਾਂ ਨੂੰ ਹੁਣ ਤੱਕ ਇਰਰਿਵਰਸੀਬਲ ਕਿਹਾ ਜਾ ਰਿਹਾ ਸੀ ਕਿ ਮੁੜ ਕੇ ਠੀਕ ਨਹੀਂ ਹੋ ਸਕਦੀਆਂ, ਸਾਰੀਆਂ ਰਿਵਰਸੇਬਲ ਨੇ। ਇਹ ਗੱਲ ਜਿਹੜੀ ਟੋਟਲ ਗਲਤ ਸਿੱਧ ਹੋ ਚੁੱਕੀ ਹੈ ਕਿ ਕੋਈ ਬਿਮਾਰੀ ਜਿਹੜੀ ਕਹਿੰਦੇ ਆ ਬੇਇਲਾਜ ਹੈ, ਲਾ ਇਲਾਜ ਹੈ। ਕੋਈ ਬਿਮਾਰੀ ਨਹੀਂ ਹੈ, ਕੋਈ ਇਹੋ ਜਿਹੀ ਕੋਈ ਬਿਮਾਰੀ ਨਹੀਂ ਜਿਹੜੀ ਲਾ ਇਲਾਜ ਹੈ। ਸੋ ਵੱਖਰੀ ਗੱਲ ਹੈ ਕਿ ਅੱਜ ਸਾਇੰਸ ਨੂੰ ਉਹ ਸਮਝ ਨਹੀਂ ਆਈ, 10 ਸਾਲ ਨੂੰ ਉਹ ਆ ਜਾਏਗੀ ਤਾਂ ਉਹ ਇਲਾਜ ਵਾਲੀ ਅੱਜ ਕਿੰਨੀਆਂ ਬਿਮਾਰੀਆਂ ਜਿਹੜੀਆਂ ਜਿਹਨਾਂ ਦਾ ਪਹਿਲਾਂ ਕੋਈ ਇਲਾਜ ਨਹੀਂ ਸੀਗਾ। ਪਹਿਲਾਂ ਗੁਰਦਿਆਂ ਦੇ ਪੱਥਰੀਆਂ ਨੇ ਲਗਭਗ ਮੈਂ ਦੇਖਿਆ ਹਰ ਬੰਦੇ ਨੂੰ ਸਰਜਰੀ ਐਡਵਾਈਜ਼ ਕਰਦੇ ਸੀਗੇ, ਜਿਹਦੇ ਗੁਰਦੇ ਦੀ ਪੱਥਰੀ ਬਣ ਗਈ ਚਲੋ ਜੀ ਸਰਜਰੀ। ਅੱਜ ਅਸੀਂ ਮੇਰੇ ਖਿਆਲ 10% ਨੂੰ ਵੀ ਸਰਜਰੀ ਨਹੀਂ ਕਰਵਾਉਣੀ ਪੈਂਦੀ, 90% ਬੰਦੇ ਬਿਨਾਂ ਦਵਾਈਆਂ ਨਾਲ ਨਿਕਲ ਜਾਂਦੇ ਆ। ਅੱਜ ਹੁਣ ਗਾਲ ਬਲੈਡਰ ਸਟੋਨ ਦੀ ਅਜੇ ਦਿੱਕਤ ਹੈਗੀ ਹੈ, ਕੱਲ੍ਹ ਨੂੰ 2 ਸਾਲ ਬਾਅਦ ਹੋ ਸਕਦਾ ਗਾਲ ਬਲੈਡਰ ਦੀ ਪੱਥਰੀ ਮੈਂ ਹੀ ਨਿਕਲਣ ਲੱਗ ਜਾਣ। ਸੋ ਇਸ ਕਰਕੇ ਜੇ ਕੁਛ ਦਾ ਤਾਂ ਜਿਹੜਾ ਨੈਚੁਰਲ ਵੇ ਨਾਲ ਅਸੀਂ ਕਿਉਰ ਕਰਦੇ ਹਾਂ, ਸਾਨੂੰ ਕੌਨਫੀਡੈਂਸ ਹੈ ਕਿ ਆਹ ਬਿਮਾਰੀ ਅਸੀਂ ਬੜੇ ਕੌਨਫੀਡੈਂਸ, ਸਾਨੂੰ ਹੁਣ ਸ਼ੂਗਰ ਦਾ ਕੌਨਫੀਡੈਂਸ ਹੈ, BP ਦਾ ਕੌਨਫੀਡੈਂਸ ਹੈ, ਮੋਟਾਪੇ ਦਾ ਕੌਨਫੀਡੈਂਸ ਹੈ, ਪ੍ਰੋਸਟੇਟ ਦਾ ਥਾਇਰਾਇਡ ਦਾ ਕੌਨਫੀਡੈਂਸ ਹੈ ਕਿ ਸਾਰੇ ਠੀਕ ਹੋ ਜਾਂਦੇ ਆ। ਕੁਝ ਬਿਮਾਰੀਆਂ ਜਿਹੜੀਆਂ ਅਜੇ ਕਿਉਂਕਿ ਉਹਨਾਂ ਐਕਸਪੀਰੀਅੰਸ ਨਹੀਂ ਹੋਇਆ ਤਾਂ ਉਹ ਕੌਨਫੀਡੈਂਸ ਨਹੀਂ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਰਿਵਰਸੀਬਲ ਨਹੀਂ ਹੈ। ਇਹਦਾ ਮਤਲਬ ਹੈ ਕਿ ਉਹ ਕੌਨਫੀਡੈਂਸ ਬਣੇਗਾ। ਈਵਨ ਕੈਂਸਰ ਲੋਕਾਂ ਨੇ ਕਿੰਨੇ ਕੈਂਸਰ ਜਿਹੜੇ ਨੇ ਰਿਵਰਸੀਬਲ ਨੇ। ਅੱਛਾ, ਹੁਣ ਇਹ ਆਈਏ ਤੂੰ ਲਾਸਟ ਦੇ ਵਿੱਚ ਮੈਂ ਜਿਹੜੀ ਜਾਂਦੇ ਨੇ ਇੱਕ ਸਵਾਲ ਪੁੱਛਾਂਗਾ। ਹਿਮਸ ਸੈਂਟਰ ਦੇ ਵਿੱਚ ਤੁਸੀਂ ਜਿਹੜੀ ਇਲਾਜ ਕਰ ਰਹੇ ਹੋ ਲੋਕਾਂ ਦਾ, ਹਿਮ ਸੈਂਟਰ ਕਾਫੀ ਨਾਮ ਹੋ ਚੁੱਕਿਆ। ਹਿਮ ਸੈਂਟਰ ਦੇ ਵਿੱਚ ਆਚਾਰਿਆ ਮਨੀਸ਼, ਤੁਸੀਂ ਡਾਕਟਰ ਵਿਸ਼ੂਪ੍ਰਭ ਰਾਏ ਚੌਧਰੀ, ਡਾਕਟਰ ਉਦੇਸ਼ ਪਾਂਡੇ, 4 ਮਹਾਰਥੀ ਤੁਸੀਂ ਇਸ ਸੈਂਟਰ ਦੇ ਵਿੱਚ ਇਲਾਜ ਕਰਾ ਰਹੇ ਹੋ, ਬੰਦੇ ਲੋਕਾਂ ਨੂੰ ਠੀਕ ਕਰ ਰਹੇ ਹੋ, ਉਹ ਬਿਮਾਰੀਆਂ ਠੀਕ ਕਰ ਰਹੇ ਹੋ ਜਿਹੜੀਆਂ ਕਿ ਇਰਰਿਵਰਸੀਬਲ ਕਹਿ ਦਿੱਤਾ ਜਾਂਦਾ, ਇਹ ਨਹੀਂ ਹੋ ਸਕਦੀਆਂ ਠੀਕ। ਪਰ ਨਾਲ ਬੰਦੇ ਦੇ ਦਿਮਾਗ 'ਚ ਇੱਕ ਚੀਜ਼ ਵੀ ਆਉਂਦੀ ਹੈ ਕਿ ਡਾਕਟਰ ਸਾਹਿਬ ਨੇ ਆਹ ਦੱਸਿਆ ਬਹੁਤ ਸਾਰੀਆਂ ਦਵਾਈਆਂ ਵੀ ਇੱਥੇ ਮੌਜੂਦ ਨੇ, ਆਚਾਰਿਆ ਮਨੀਸ਼ ਵੀ ਆਉਂਦੇ ਨੇ, ਉਹਨਾਂ ਦਾ ਵੀ ਹੈਗਾ। ਕੁਛ ਐਸਾ ਪ੍ਰੋਡਕਟ ਆਪਣੇ ਕੋਲ ਵੀ ਹੋਣ ਜਿਹੜੇ ਕਿ ਇਸ ਕੰਮ ਦੇ ਵਿੱਚ ਵੀ ਆ ਸਕਦੇ ਹੋਣ, ਇਸ ਸੈਂਟਰ 'ਚ ਆਪਾਂ ਨੂੰ ਅਵੇਲੇਬਲ ਹੋਣਗੇ? ਹਾਂ, ਸਾਡੇ ਕੋਲ ਹਰਬਲ ਦਵਾਈਆਂ ਅਸੀਂ ਰੱਖਦੇ ਹਾਂ।
ਉੱਥੇ ਹਿਮਜ਼ ਹਸਪੀਟਲ 'ਚ ਵੀ ਹੈਗੀਆਂ ਨੇ, ਇੱਥੇ ਜਿਹੜੇ ਇੱਥੇ ਹਿਮਜ਼ ਹਸਪੀਟਲ ਇਹਦੇ 'ਚ ਵੀ ਹੈਗੀ ਆ, ਦਵਾਈਆਂ ਮੈਡੀਸਨ ਹੁੰਦੀਆਂ ਸਾਰੀਆਂ ਹੁੰਦੀਆਂ ਨੇ, ਹੋਮੋਪੈਥੀ ਦੀ ਤੋਂ ਲੈ ਕੇ ਹੋਮੋਪੈਥੀ ਵੀ ਹੈਗੀ ਹੈ, ਆਯੁਰਵੈਦਿਕ ਵੀ ਹੈਗੀ ਹੈ, ਅਤੇ ਐਲੋਪੈਥਿਕ ਵੀ ਦਵਾਈ ਅਗਰ ਲੋੜ ਪੈਂਦੀ ਅਸੀਂ ਵਰਤ ਲੈਂਦੇ ਹਾਂ। ਪਰ ਆਮ ਤੌਰ 'ਤੇ ਸਾਡੇ ਕੋਲ ਐਲੋਪੈਥਿਕ ਦਵਾਈਆਂ ਆਲਰੇਡੀ ਖਾ ਰਹੇ ਹੁੰਦੇ ਆ ਬੰਦੇ, ਜੋ ਸਾਡਾ ਕੰਮ ਜ਼ਿਆਦਾ ਛਡਾਉਣ ਦਾ ਹੋ ਜਾਂਦਾ, ਲੇਕਿਨ ਲੋੜ ਪੈਂਦੀ ਅਸੀਂ ਐਲੋਪੈਥੀ ਦਵਾਈ ਵਰਤਦੇ ਹਾਂ। ਅਸੀਂ ਐਲੋਪੈਥੀ ਕੁਆਲੀਫਾਈਡ ਹਾਂ, ਇਸ ਕਰਕੇ ਅਸੀਂ ਐਲੋਪੈਥੀ ਦਵਾਈ ਵੀ ਵਰਤਦੇ ਹਾਂ। ਆਯੁਰਵੈਦਿਕ ਦੀਆਂ ਬਹੁਤ ਸਾਰੀਆਂ ਦਵਾਈਆਂ ਨੇ ਜਿਹੜੀਆਂ ਕਿ ਪ੍ਰੋਸਟੇਟ ਅੰਦਰ ਜਿਹੜੀਆਂ ਨੇ ਅੱਛਾ ਅਸਰ ਕਰਦੀਆਂ ਨੇ। ਉਸ ਤੋਂ ਬਾਅਦ ਤੁਹਾਡਾ ਜਿਹੜੀ ਡਾਈਟ ਹੈ ਆਪਣੇ ਆਪ 'ਚ ਬਹੁਤ ਵਧੀਆ। ਅਤੇ ਜੇ ਕੋਈ ਈਵਨ ਐਕਸਟ੍ਰੀਮ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜੇ ਕੋਈ ਕੇਸ ਅਬਸਟਰਕਸ਼ਨ ਹੋ ਵੀ ਜਾਂਦੀ ਹੈ, ਇਸ ਲੈਵਲ ਤੱਕ ਵੀ ਜਾਂਦੀ ਵੀ ਇੱਕਦਮ ਪਿਸ਼ਾਬ ਰੁਕ ਗਿਆ, ਤਾਂ ਅਸੀਂ ਈਵਨ ਨਾਲੀ ਪਾ ਕੇ ਕੁਐਸਚਨ ਛੱਡ ਦਿੰਦੇ ਹਾਂ ਅਤੇ ਪੇਸ਼ੈਂਟ ਨੂੰ ਕਹਿੰਦੇ ਵੀ ਅਸੀਂ ਆਪਾਂ ਇੱਕ ਵਾਰੀ ਕੱਢ ਕੇ ਦੇਖਾਂਗੇ। ਕੈਥੇਟਰ ਜਿਹਨੂੰ ਕਹਿੰਦੇ ਕੈਥੇਟਰ, ਸਾਲਾਂ ਉਸ ਤੋਂ ਬਾਅਦ ਕੱਢ ਦਿੰਦੇ ਹਾਂ, ਪਿਸ਼ਾਬ ਚੱਲ ਪਿਆ ਇੱਕ ਵਾਰੀ, ਸਾਲਾਂ ਬਾਅਦ ਹੀ ਫਿਰ ਨਿਕਲ ਜਾਂਦੇ ਆ। ਕੀ ਕੈਥੇਟਰ ਜਾ ਕੇ ਉਹ ਰਸਤਾ ਖੋਲ ਦਿੰਦਾ? ਜਦੋਂ ਆਪਾਂ ਨਾਲੀ ਅੰਦਰ ਪਾਤੀ ਕੈਥੇਟਰ ਦੇ ਵਿੱਚੋਂ ਪਿਸ਼ਾਬ ਬਾਹਰ ਆਉਣ ਲੱਗਾ, ਪਾ ਰੱਖੀ ਆਪਾਂ ਨੇ ਨਾਲੀ, ਉਹ ਹਫਤੇ ਜੋ ਸਾਰਾ ਜਿਹੜਾ ਬੋਡੀ ਦਾ ਸਿਸਟਮ ਹੈ ਉਹਨੂੰ ਉਹ ਰਿਪੇਅਰ ਕਰ ਲੈਂਦਾ। ਜਿਹੜਾ ਕਿਤੇ ਇਨਫੈਕਸ਼ਨ ਵੀ ਕਰ ਦਿੰਦਾ ਡਾਕਟਰ ਸਾਹਿਬ? ਉਹ ਤਾਂ ਹੈ ਹੀ ਹੈ ਪ੍ਰੋਬਲਮ ਇਨਫੈਕਸ਼ਨ ਦੀ, ਪਰ ਇਨਫੈਕਸ਼ਨ ਨੂੰ ਅਸੀਂ ਡੀਲ ਕਰ ਲੈਂਦੇ ਹਾਂ ਡਾਈਟ ਨਾਲ ਅਤੇ ਹਰਬਲ ਨਾਲ। ਅਸੀਂ ਐਂਟੀਬਾਇਓਟਿਕ UTI ਇਨਫੈਕਸ਼ਨ 'ਚ ਐਂਟੀਬਾਇਓਟਿਕ ਆਮ ਤੌਰ 'ਤੇ ਦਿੰਦੇ ਨਹੀਂ ਹਾਂ। ਬੜੇ ਸਵੀਅਰ ਕੇਸ 'ਚ ਐਂਟੀਬਾਇਓਟਿਕ ਦੇਣਾ ਪੈਂਦਾ, ਲੇਕਿਨ ਹਰਬਲ ਦਵਾਈਆਂ ਜਿਹੜੀਆਂ UTI ਦੇ ਅੰਦਰ ਬਹੁਤ ਇਫੈਕਟਿਵ ਨੇ, ਇਸ ਕਰਕੇ ਸਾਨੂੰ ਕੋਈ ਬਹੁਤਾ ਖਤਰਾ ਨਹੀਂ ਲੱਗਦਾ ਇੱਥੋਂ, ਅਤੇ ਅਸੀਂ ਹਰਬਲ ਨਾਲ ਹੀ ਮੈਨੇਜ ਕਰ ਲੈਂਦੇ ਹਾਂ, ਕਾੜਿਆਂ ਨਾਲ ਮੈਨੇਜ ਕਰ ਲੈਂਦੇ ਹਾਂ। ਸੋ ਜਿਹੜੀਆਂ ਸਾਡੇ ਵਾਸਤੇ ਕੋਈ ਬਹੁਤਾ ਵੱਡਾ ਔਖਾ ਕੰਮ ਨਹੀਂ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਿਆ ਕਮਾਲ ਦੀ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਬਹੁਤ ਸਾਰੇ ਲੋਕ ਦੁਖੀ ਨੇ, ਬਹੁਤ ਸਾਰੇ ਲੋਕ ਘਰ ਬੈਠੇ ਜਾਂ ਤਾਂ ਆਪਰੇਸ਼ਨ ਦੀ ਤਿਆਰੀ ਕਰੀ ਬੈਠੇ ਨੇ ਜਾਂ ਹਾਰ ਕੇ ਬੈਠ ਗਏ ਨੇ, ਅਤੇ ਦਿਨ ਰਾਤ ਤੰਗ ਨੇ, ਪਿਸ਼ਾਬ ਆਉਂਦਾ ਨਹੀਂ, ਬੈਠ ਜਾਂਦੇ ਨੇ ਵਿਚਾਰੇ ਬਜ਼ੁਰਗ ਬੰਦੇ, ਮੈਂ ਬਹੁਤ ਦੇਖੇ ਨੇ ਅਜੇ। ਅਤੇ ਪ੍ਰੋਸਟੇਟ ਦੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਹੈਗੀ ਹੈ, ਮੈਨੂੰ ਲੱਗਦਾ ਇੱਕ ਮਨ ਦੇ ਵਿੱਚ ਨਵੀਂ ਉਮੀਦ ਜਾਗੀ ਹੈ, ਅਤੇ ਜਾਂ ਤਾਂ ਉਹ ਘਰ ਦੇ ਵਿੱਚ ਜੋ ਤੁਸੀਂ ਦੱਸਿਆ ਉਹਦੇ ਨਾਲ ਮੈਨੇਜ ਕਰਨ ਦੀ ਕੋਸ਼ਿਸ਼ ਕਰਨਗੇ, ਅਤੇ ਜਿਹੜੇ ਸੋਚਦੇ ਹੋਣਗੇ ਵੀ ਨਹੀਂ ਯਾਰ ਪਤਾ ਡਾਕਟਰ ਸਾਹਿਬ ਕੋਲ ਹੀ ਚੱਲਦੇ ਹਾਂ, ਉਹ ਤੁਹਾਨੂੰ ਜਲਦੀ ਜ਼ਰੂਰ ਕੰਟੈਕਟ ਕਰਨਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਪ੍ਰੋਸਟੇਟ ਯਾਨੀ ਗਦੂਦਾਂ ਦੀ ਬਿਮਾਰੀ ਜਿਹੜੀ ਆ ਪੂਰਾ ਡਿਟੇਲ ਦੱਸੀ ਹੈ ਡਾਕਟਰ ਸਾਹਿਬ ਨੇ, ਕਿ ਕਿਸ ਤਰੀਕੇ ਦੇ ਨਾਲ ਅੰਦਰ ਗਦੂਦਾਂ ਜਿਹੜੀਆਂ ਉਹ ਵਾਧਾ ਹੋ ਜਾਂਦਾ, ਕਿਹੜੇ ਕੰਮ ਦੇ ਵਿੱਚ ਪ੍ਰੋਸਟੇਟ ਜਿਹੜਾ ਉਹ ਯੂਜ਼ ਹੁੰਦਾ, ਪਰਮਾਤਮਾ ਨੇ ਪ੍ਰੋਸਟੇਟ ਜਿਹੜਾ ਉਹ ਕਿਉਂ ਅੰਦਰ ਜਿਹੜਾ ਉਹ ਗਲੈਂਡ ਜਿਹੜਾ ਉਹ ਕਿਉਂ ਲਗਾਇਆ ਹੈ, ਕਿਸ ਪਰਪਸ ਲਈ ਲਗਾਇਆ, ਕਿੱਦਾਂ ਉਹ ਅੱਗੇ ਕੰਮ ਕਰਦਾ ਹੈਗਾ, ਕਿਉਂ ਉਹਦੇ ਵਿੱਚ ਖਰਾਬੀ ਆ ਕੇ ਉਹ ਵੱਡਾ ਹੋ ਜਾਂਦਾ, ਅਤੇ ਅੱਗੇ ਚੱਲ ਕੇ ਫਿਰ ਖਰਾਬੀਆਂ ਕੀ ਪੈਦਾ ਕਰਦਾ, ਦੂਜੀ ਪੱਧਤੀਆਂ ਦੇ ਵਿੱਚ ਕਿਸ ਤਰ੍ਹਾਂ ਇਹਦਾ ਇਲਾਜ ਕੀਤਾ ਜਾਂਦਾ ਹੈ। ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਜਿਹੜੇ ਤਰੀਕੇ ਦੱਸੇ ਨੇ ਉਹ ਬੜੇ ਹੀ ਸੌਖੇ ਢੰਗ ਨਾਲ ਦੱਸੇ ਨੇ, ਅਤੇ ਜੇਕਰ ਫਿਰ ਵੀ ਲੋੜ ਪੈਂਦੀ ਹੈ ਤਾਂ ਇਹ ਨਹੀਂ ਕਦੇ ਵੀ ਕਹਿਣਾ ਕਿ ਡਾਕਟਰ ਸਾਹਿਬ ਨੇ ਕਦੇ ਦਵਾਈ ਨਹੀਂ ਦਿੱਤੀ। ਦਵਾਈਆਂ ਵੀ ਹੈਗੀਆਂ ਨੇ, ਬਹੁਤ ਸਾਰੇ ਪ੍ਰੋਡਕਟ ਨੇ। ਮੈਂ ਤਾਂ ਇਹਨੂੰ ਆਯੁਰਵੇਦ ਨੂੰ ਜਿਹੜੇ ਦਵਾਈਆਂ ਨੂੰ ਮੈਂ ਦਵਾਈਆਂ ਨਹੀਂ ਕਹਿੰਦਾ, ਮੈਂ ਤਾਂ ਇਹਨੂੰ ਇਟਸ ਅ ਪਾਰਟ ਆਫ ਫੂਡ, ਯਾਨੀ ਕਿ ਖਾਣ ਦਾ ਇੱਕ ਹੈਗਾ ਹਿੱਸਾ ਹੈਗਾ, ਖਾਣੇ ਦਾ ਹੀ ਇੱਕ ਹਿੱਸਾ, ਕਿਉਂਕਿ ਬਨਸਪਤੀ ਤੋਂ ਆਈਆਂ ਨੇ ਸਾਰੀਆਂ ਚੀਜ਼ਾਂ। ਤਾਂ ਜਿਹੜੀ ਕੁਦਰਤੀ ਚੀਜ਼ਾਂ ਜਿਹੜੀਆਂ ਨੂੰ ਖਾਣੇ ਦਾ ਆਪਾਂ ਹੁਣ ਜਿਵੇਂ ਮੰਨ ਲਓ ਆਪਾਂ ਗਲੋ ਲੈ ਰਹੇ ਹਾਂ, ਗਲੋ ਦਵਾਈ ਕਹਿਣ ਨੂੰ ਦਵਾਈ ਕਹਿ ਦਿੱਤੀ ਜਾਂਦੀ ਹੈ, ਲੇਕਿਨ ਆਪਾਂ ਉਹਦਾ ਕਾੜਾ ਬਣਾ ਕੇ ਪੀ ਲੈਣੇ ਤਾਂ ਉਹ ਖਾਣਾ ਉਹ ਪੀਣਾ ਹੈਗਾ, ਇੱਕ ਕਿਸਮ ਦਾ ਚਾਹ ਪੀਂਦੇ ਆਪਾਂ, ਉਹਦੀ ਜਗ੍ਹਾ ਗਲੋ ਦਾ ਕਾੜਾ ਪੀ ਲਿਆ ਤਾਂ ਇਹ ਜਿਹੜਾ ਖਾਣੇ ਦਾ ਹਿੱਸਾ ਹੋ ਗਿਆ ਉਹ ਵੀ। ਸੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ ਕਿ ਜਿਹੜੀਆਂ ਆਪਾਂ ਖਾਣੇ ਦੇ ਹਿੱਸੇ ਦੇ ਰੂਪ ਦੇ ਵਿੱਚ ਵੀ ਅੰਦਰ ਲੈ ਕੇ ਬੋਡੀ ਨੂੰ ਆਪਾਂ ਠੀਕ ਕਰ ਸਕਦੇ ਹਾਂ। ਅਤੇ ਡਾਕਟਰ ਅਮਰ ਸਿੰਘ ਆਜ਼ਾਦ ਕੋਲੇ ਇਸ ਤਰ੍ਹਾਂ ਦੇ ਹਿਮ ਸੈਂਟਰ ਦੇ ਵਿੱਚ ਬਹੁਤ ਸਾਰਾ ਇਸ ਤਰ੍ਹਾਂ ਦਾ ਪ੍ਰਬੰਧ ਹੈਗਾ, ਅਤੇ ਜੇਕਰ ਇੱਥੇ ਕਿਸੇ ਨੂੰ ਲੋੜ ਪੈਂਦੀ ਹੈ ਅਤੇ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਇਹਨਾਂ ਕੋਲੇ ਡੇਰਾਬੱਸੀ ਹਸਪੀਟਲ ਹੈਗਾ, ਜਿੱਥੇ ਕਿ ਦਾਖਲ ਕਰਕੇ ਵੀ ਇਲਾਜ ਕਰਨ ਦਾ ਪ੍ਰਬੰਧ ਹੈਗਾ। ਪੂਰਾ ਇਲਾਜ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ। ਅਤੇ ਨਾਲੇ ਡਾਕਟਰ ਸਾਹਿਬ ਨੇ ਇਹ ਵੀ ਦੱਸ ਦਿੱਤਾ ਹੈਗਾ ਕਿ ਕੋਈ ਵੀ ਉਮਰ ਦਾ ਬੰਦਾ ਹੋਵੇ, ਬਿਮਾਰੀ ਰਿਵਰਸ ਹੋ ਸਕਦੀ ਹੈ। ਬਿਮਾਰੀ ਮਤਲਬ ਰਿਵਰਸ ਯਾਨੀ ਬੈਕ ਜਾਏਗੀ, ਜਿੱਥੋਂ ਆਈ ਸੀ ਉੱਥੇ ਹੀ ਵਾਪਸ ਚਲੀ ਜਾਏਗੀ ਅਤੇ ਬੰਦਾ ਤੰਦਰੁਸਤ ਹੋ ਜਾਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ। ਬਹੁਤ ਸਾਰੀ ਦੁਨੀਆ ਜਿਹੜੀ ਹੈ ਪ੍ਰੋਸਟੇਟ ਦੀ ਪ੍ਰੋਬਲਮ ਦੇ ਨਾਲ ਜੂਝ ਰਹੀ ਹੈ। ਕੀ ਪਤਾ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਇਹ ਵੀਡੀਓ ਦਿਖਾ ਦੇ, ਅਤੇ ਵੀਡੀਓ ਦੇਖਣ ਤੋਂ ਬਾਅਦ ਜੇਕਰ ਕੋਈ ਇੱਕ ਬੰਦਾ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਡਾਕਟਰ ਅਮਰ ਸਿੰਘ ਆਜ਼ਾਦ ਦੇ ਦੱਸੇ ਅਨੁਸਾਰ ਆਪ ਠੀਕ ਕਰਕੇ ਕਰ ਲਵੇ, ਜਾਂ ਫਿਰ ਇਹਨਾਂ ਨੂੰ ਕੰਟੈਕਟ ਕਰਕੇ ਆਪਣਾ ਤੰਦਰੁਸਤੀ ਹਾਸਲ ਕਰ ਲਵੇ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।